जी बुरिया नाल बुराई करनी दुनिया की जाने, बुरिया नाल बुराई करनी सारी दुनिया जाने जी। बुरिया नाल बुराई करनी सारी दुनिया जान दे, बुरिया नाल बुराई करनी सारी दुनिया जान दे, बुराई करनी सारी दुनिया जान दी, बुरिया नाल बुराई करनी सारी दुनिया जान दे, बुरिया नाल बुराई करनी सारी दुनिया जान दी, बुरिया नाल बुराई करनी सारी दुनिया जान दी, बुरिया नाल बुराई करनी सारी दुनिया जान दे, बुरिया नाल बुराई करनी सारी दुनिया जान सारी दुनिया जान दी, बुरिया नाल बुराई करनी सारी दुनिया जान दी, बुरिया नाल भलाई करनी ए गुरु नानक जानदा, बुरिया नाल भलाई करनी ए गुरु नानक जानदा, बुरिया नाल भलाई करनी 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 गुरु नानक जानदा, ए गुरु नानक जानदा, ए गुरु नानक जानदा, गुरु नानक जानदा, गुरु नानक जानदा, गुरु नानक जानदा, हे गुरु नानक जानदा, गुरु नानक जानदा, हे गुरु नानक जानदा, गुरु नानक जानदा, हे गुरु नानक जानदा, जानदा, हे गुरु नानक जानदा, बुरिया नाल भलाई करनी ए गुरु नानक जानदा, बुरिया नाल भलाई करनी ए गुरु नानक जानदा, ओ बुरिया नाल भलाई करनी गुरु नानक जानदा, 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 उच्च पार बेअंत स्वामी कौन जाने गुण तेरे, पावती उतरे सुन तेरी उतरे से पाप करे सुप्रेत मुकुद को तारे पायन पार नानक दास तेरी शरणाई सदा सदा बलिहारे, परम सत्कारयोग गुरु जी की
ਸਾਜੀ ਨਵਾਜੀ ਸਾਸੂ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਪ੍ਰਮਾਤਮਾ ਦਾ ਨਾਮ ਭਾਗਾਂ ਵਾਲੀਆਂ ਰੂਹਾਂ ਜੋ ਉੱਠ ਕੇ ਗੁਰੂ ਜੀ ਕਿਰਪਾ ਕਰਦੇ ਹਨ, ਜਿਨ੍ਹਾਂ ਜਿਨ੍ਹਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਦੇ ਨੇ, ਕੇਵਲ ਉਹੀ ਅੰਮ੍ਰਿਤ ਵੇਲੇ ਉੱਠਦੇ ਨੇ। ਕੱਲ ਵੀ ਵਹੀ ਅਰਜ ਕਰੀ, ਪਰਸੋਂ ਵੀ। ਆਵਾਜ਼ ਸਭ ਨੂੰ ਸੁਣ ਜਾਂਦੀ ਹੈ, ਚਲੋ 2 ਦਿਨ ਨਹੀਂ ਸੁਣੀ, ਪਹਿਲਾਂ ਮੰਨ ਲਓ, ਪਰ ਅੱਜ ਤੇ ਤੂੰ ਪਹਿਲਾਂ ਵੀ ਆਵਾਜ਼ ਸੁਣਦੀ ਰਹੀ ਹੈ, ਕਿਉਂਕਿ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਕਸੂਰ ਨਹੀਂ ਹੈ। ਇਹਦੀ ਬਾਬਤ ਭਾਈ ਗੁਰਦਾਸ ਜੀ ਲਿਖਦੇ ਨੇ, ਭਾਗਹੀਨ ਕੋ ਨਾ ਮਿਲੇ ਭਲੀ ਵਸਤ ਕਾ ਭੋਗ। ਮਹਾਰਾਜ ਜੀ ਕਹਿੰਦੇ ਜਿਹੜੇ ਭਾਗਾਂ ਤੋਂ ਹੀਣੇ ਨੇ ਨਾ, ਉਹਨਾਂ ਨੂੰ ਇਹ ਚੰਗੀ ਵਸਤੂ ਨਹੀਂ ਮਿਲਦੀ ਹੈ। ਦਾਖ ਪੱਕੀ ਮੁਖ ਪਾਕ ਭਇਆ, ਭਇਆ ਕਾਗ ਗੋਰੋ। ਦਾਖਾਂ ਦਾ ਕਹਿੰਦੇ ਦਰਖਤ ਸੀ, ਜਦੋਂ ਛੋਟੀਆਂ ਛੋਟੀਆਂ ਦਾਖਾਂ ਲੱਗੀਆਂ, ਕਾਂ ਉਹਦੇ ਆਲੇ ਦੁਆਲੇ ਬੈਠ ਗਿਆ ਕਿ ਰੋਜ਼ ਸਕੀਮਾਂ ਬਣਾਉਂਦੇ ਨੇ। ਅੱਜ ਮੈਂ ਇੱਕ ਕਾਂ ਕਹਿੰਦਾ ਮੈਂ ਇੱਧਰਲੇ ਪਾਸੇ ਖਾਊਂਗਾ, ਦੂਜਾ ਕਹਿੰਦਾ ਮੈਂ ਇੱਧਰਲੇ ਪਾਸੇ ਖਾਊਂਗਾ। ਹੈ ਦਾਖਾਂ ਛੋਟੀਆਂ, ਹਜੇ ਨਿੱਕੀਆਂ ਨਿੱਕੀਆਂ। ਉਹ ਆਪਸ ਵਿੱਚ ਸਲਾਹਾਂ ਕਰਦੇ ਰਹੇ। ਦਾਖਾਂ ਥੋੜੀਆਂ ਜਿਹੀਆਂ ਵੱਡੀਆਂ ਹੋਈਆਂ। ਉਹ ਕਹਿੰਦੇ 5-7 ਦਿਨਾਂ ਤੱਕ ਪੱਕ ਜਾਣਗੀਆਂ। ਇਹ ਭਾਈ ਗੁਰਦਾਸ ਜੀ ਦੀ ਬਾਣੀ ਕਹਿੰਦੇ 5-7 ਦਿਨਾਂ ਤੱਕ ਦਾਖਾਂ ਪੱਕ ਜਾਣਗੀਆਂ, ਆਪਾਂ ਖਾਵਾਂਗੇ ਫਿਰ ਰੱਜ ਰੱਜ ਕੇ। ਸਕੀਮਾਂ ਬਣਾਉਂਦੇ ਰਹੇ, 5-4 ਮਹੀਨਿਆਂ ਤੋਂ ਉਹਦੀ ਰਾਖੀ ਵੀ ਕਰਦੇ ਰਹੇ, ਆਲੇ ਦੁਆਲੇ ਉੱਡਦੇ ਰਹੇ ਵੀ ਕੋਈ ਹੋਰ ਕਾਂ ਨਾ ਆ ਜਾਵੇ। ਵਕਤ ਅਖੀਰ ਕੀ ਹੋਇਆ, ਕਹਿੰਦੇ ਉਧਰ ਦਾਖਾਂ ਪੱਕ ਗਈਆਂ, ਉਧਰ ਕਾਂ ਦਾ ਮੂੰਹ ਪੱਕ ਗਿਆ। ਬੋਲੋ ਸਤਨਾਮ ਵਾਹਿਗੁਰੂ। ਦਾਖਾਂ ਵੀ ਪੱਕ ਗਈਆਂ ਤੇ ਕਾਂ ਦਾ ਮੂੰਹ ਵੀ ਪੱਕ ਗਿਆ। ਹੁਣ ਪੱਕੇ ਮੂੰਹ ਦੇ ਵਿੱਚ ਦੀ ਲੰਘਦਾ ਨਹੀਂ ਕੁਝ, ਤੁਹਾਨੂੰ ਪਤਾ। ਹੁਣ ਕਾਂ ਸੋਚਣ ਲੱਗ ਗਏ ਵੀ ਇਹ ਤਾਂ ਯਾਰ ਬੜਾ ਰੱਬ ਨੇ ਉਹ ਕਰੇ ਆਪਣੇ ਨਾਲ। ਦਾਖ ਪੱਕੀ ਮੁਖ ਪਾਕ ਭਇਆ, ਭਇਆ ਕਾਗ ਗੋਰੋ। ਦਾਖ ਪੱਕ ਗਈ, ਕਾਂ ਦਾ ਮੂੰਹ ਪੱਕ ਗਿਆ। ਉਧਰ ਫਿਰ ਜਿਹੜੇ ਹੋਰ ਆਏ ਸਿਆਣੇ ਪੁਰਸ਼, ਉਹਨਾਂ ਨੇ ਦਾਖਾਂ ਤੋੜੀਆਂ, ਲੈ ਗਏ। ਕਾਂ ਦੇਖਦੀ ਰਹਿ ਗਈ ਵਿਚਾਰੀ। ਇਸੇ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ, ਜਿਹੜਾ ਸਤ ਸੰਗ ਹੈ ਨਾ, ਉਹ ਬਿਨਾਂ ਕਰਮਾਂ ਤੋਂ ਪ੍ਰਾਪਤ ਨਹੀਂ ਹੁੰਦਾ। ਲਓ ਹੋਰ ਗੱਲ ਲਾ ਲਓ, ਉਦਾਹਰਣ ਲਾ ਲਓ ਛੋਟੀ ਆਪਣੀ। ਤੁਹਾਡੇ ਵੀ ਡਿਪੂ ਨੇ ਨੇੜੇ ਨੇੜੇ, ਰਾਸ਼ਨ ਕਾਰਡ ਬਣੇ ਨੇ ਤੁਹਾਡੇ, ਸਾਡੇ ਵੀ ਬਣੇ ਰਾਸ਼ਨ। ਪਹਿਲਾਂ ਵੀ ਅਸੀਂ ਡਿਪੂਆਂ 'ਚ ਸਮਾਨ ਲੈ ਕੇ ਆਉਂਦੇ, ਸਾਨੂੰ ਸਾਰੇ ਪ੍ਰਕਾਰ ਦਾ ਸਮਾਨ ਮਿਲਦਾ ਹੁੰਦਾ ਉਦੋਂ। ਹੁਣ ਤਾਂ ਕੱਲੀ ਕਣਕ ਹੀ ਰਹਿ ਗਈ ਬਸ। ਪਰ ਹੁਣ ਵੀ ਤੁਸੀਂ ਦੇਖੋ, ਇੱਕ ਉਧਰ ਨਾਮਦੇਵ ਦੇ ਗੁਰਦੁਆਰੇ ਕੋਲੇ ਡਿਪੂ ਆ, ਇੱਕ ਇੱਧਰ ਹੈ ਆਪਣੇ ਫਾਟਕਾਂ ਕੋਲੇ, ਦਰਾਜਾ ਕੋਲੇ। ਦਰਾਜ ਵਾਲੇ ਫਾਟਕਾਂ ਕੋਲ ਤਕਰੀਬਨ 2 ਪੈ ਗਏ, ਇੱਕ ਉਦੋਂ ਪਰਾਂ ਪੈ ਗਏ, ਇੱਕ ਉਰਾਂ ਪੈ ਗਏ। ਮੈਂ ਅਰਜ਼ ਕਰਦਾ ਹਾਂ ਵੀ ਜਿਹੜਾ ਤਾਂ ਉਦਮੀ ਬੰਦਾ, ਉਦਮੀ, ਉਹ ਤਾਂ ਪਰਚੀ ਕਟਾ ਕੇ ਛੇਤੀ ਕਣਕ ਲੈ ਲੈਂਦਾ। ਜਿਹੜਾ ਬੰਦਾ ਹੈ ਘੌਲੀ, ਉਹ ਕਹਿੰਦਾ ਚੱਲ ਲਿਆਵਾਂਗੇ ਕੋਈ ਨਹੀਂ, ਕੱਲ ਨੂੰ ਪਰਸੋਂ ਨੂੰ। ਫੋਨ ਕਰਕੇ ਪੁੱਛ ਲੈ ਕਦੋਂ ਮਿਲੂ ਕਣਕ, ਉਹ ਕਹਿੰਦਾ ਕੱਲ ਨੂੰ ਮਿਲ ਜੂਗੀ। ਉਦਮੀ ਬੰਦਾ ਗਿਆ ਸਦਿਆਂ, ਸਵਖਤੇ ਜਾ ਕੇ ਉਹਨੇ ਪਰਚੀ ਕਟਾ ਕੇ ਕਣਕ ਲੈ ਲਈ। ਇੱਕ ਗਿਆ ਕੋਈ ਮੇਰੇ ਵਰਗਾ, ਉਹ ਕਹਿੰਦਾ ਚਲੋ ਸ਼ਾਮ ਜੇ ਨੂੰ ਜਾਵਾਂਗੇ। 4-5 ਵਜੇ ਗਿਆ, ਜਾ ਕੇ ਕਹਿੰਦਾ ਵੀ ਮੈਨੂੰ ਕਣਕ ਕਹਿੰਦਾ ਸਾਰੀ ਮੁੱਕ ਗਈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤਾਂ ਗਈ ਗਿਆ ਨਾ, ਤੂੰ ਤਾਂ ਆਇਆ ਹੀ ਨਹੀਂ ਹੈ। ਤੂੰ ਸਦੇਹਾ ਆਉਣਾ ਸੀ, ਸਵਖਤੇ ਆਉਣਾ, ਤੈਨੂੰ ਕਣਕ ਮਿਲ ਜਾਂਦੀ, ਤੈਨੂੰ ਕਿਹੜਾ ਜਵਾਬ ਸੀ। ਹੁਣ ਇਉਂ ਕਰੀ, ਹੁਣ ਜਿਹੜਾ ਟਰੱਕ ਹੈ ਨਾ, ਇਹ 5-4 ਦਿਨਾਂ ਤੱਕ ਕਰਾਊਗਾ, ਉਦੋਂ ਆਈ। ਮਹਾਰਾਜ ਜੀ ਕਹਿੰਦੇ ਉਦਮ ਕਰੇਂਦਿਆਂ ਜੀਓ, ਤੂੰ ਕਮਾਵਦਿਆਂ ਸੁਖ ਪੁੰਜ। ਉਦਮ ਕਰਕੇ ਉੱਠਿਆ ਜਾਂਦਾ ਅੰਮ੍ਰਿਤ ਵੇਲੇ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਬਾਣੀ ਅੰਦਰ ਫਰਮਾਨ ਕਰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ। ਉਦਮ ਕਰਕੇ ਮਹਾਰਾਜ ਜੀ ਕਹਿੰਦੇ ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੇ। ਉਦਮ ਤੋਂ ਬਿਨਾ ਕੋਈ ਵੀ ਕੰਮ ਨਹੀਂ ਬਣਦਾ। ਉਦਮ ਤੋਂ ਬਿਨਾ ਘਰ ਵਿੱਚ ਦਾਲ ਨਹੀਂ ਬਣਦੀ। ਉਦਮ ਤੋਂ ਬਿਨਾ ਪ੍ਰਸ਼ਾਦਾ ਨਹੀਂ ਬਣਦਾ। ਜੇ ਸਰੀਰ ਵਿੱਚ ਭਾਵ ਹਿੰਮਤ ਹੈ। ਜੇ ਮਹਾਰਾਜ ਜੀ ਕਹਿਣ ਲੱਗੇ, ਮਨੁੱਖ ਕਹਿੰਦਾ ਵੀ ਚਲੋ ਉਧਰ ਨਿਗਾਹ ਮਾਰੀ ਵੀ ਹੋ ਸਾਹਮਣੇ ਨਲਕਾ ਲੱਗਿਆ ਹੈ, ਉੱਥੇ ਚਾਹ ਧਰਨੀ ਹੈ, ਉੱਥੇ ਅੱਗ ਮਚਾਉਣੀ ਹੈ, ਇਹ ਸਕੀਮਾਂ ਬਣਾਈ ਜਾਵੇ ਬੈਠਾ ਬੈਠਾ ਉਹ ਸਮਾਂ ਲੰਘ ਜਾਂਦਾ। ਖੰਡ ਖੰਡ ਕਹੈ ਮੁਖ ਮੀਠੋ ਨਾ ਹੋਵੇ, ਕਹਿੰਦੇ ਖੰਡ ਪਈ ਹੋਵੇ ਮਨੁੱਖ ਕਹੀ ਜਾਵੇ ਖੰਡ ਹੈ ਖੰਡ ਹੈ ਖੰਡ ਹੈ, ਨਹੀਂ ਮੂੰਹ ਮਿੱਠਾ ਹੁੰਦਾ ਨਾ, ਚੱਕ ਕੇ ਮੂੰਹ ਵਿੱਚ ਪਾਉਣੀ ਪਊ, ਫੇਰ ਕਿਤੇ ਜਾ ਕੇ ਜਿਹੜਾ ਉਹ ਮੁੱਖ ਮਿੱਠਾ ਹੋਊਗਾ, ਵੀ ਖੰਡ ਦਾ ਸਵਾਦ ਆਊ, ਦੱਸ ਦੂ ਵੀ ਹਾਂ ਮਿੱਠੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿਣ ਲੱਗੇ, ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਪਤਾ ਲੱਗਦਾ ਵੀ ਬਾਣੀ ਦਾ ਕਿੰਨਾ ਕੁ ਰਸ ਹੈ, ਕਿੰਨਾ ਕੁ ਆਨੰਦ ਹੈ। ਇੱਕ ਅੰਮ੍ਰਿਤ ਵੇਲੇ ਆ ਕੇ ਸਵਖਤੇ 25 ਕਟਾ ਲੈਂਦੇ ਨੇ ਗੁਰੂ ਦੇ ਘਰ ਦੇ ਵਿੱਚੋਂ, ਵੀ ਸਾਨੂੰ ਸਾਡੀ ਹਾਜ਼ਰੀ ਪਹਿਲਾਂ ਲੱਗ ਜਾਵੇ। ਇੱਕ ਆ ਕੇ ਵਕਤੇ ਖੀਰ, ਚਲੋ ਕਈ ਮਜਬੂਰੀਆਂ ਵੀ, ਮੈਂ ਵੀ ਗੱਲ ਅਰਜ਼ ਕਰਦਿਆਂ ਨਾਲ, ਕਈ ਮਜਬੂਰੀਆਂ ਨੇ, ਪਰ ਗੁਰੂ ਦੇ ਘਰ ਤੋਂ ਵੱਡੀ ਮਜਬੂਰੀ ਨਹੀਂ ਕੋਈ ਹੋ ਸਕਦੀ। ਜਿਸ ਗੁਰੂ ਨੂੰ ਅੱਜ ਅਸੀਂ ਪਿੱਛੇ ਸੁੱਟ ਦਿੱਤਾ, ਉਸ ਗੁਰੂ ਦੇ ਘਰ ਤੋਂ ਵੱਡੀ ਮਜਬੂਰੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਹੋਰ ਹੋਊਗੀ। ਬਾਕੀ ਤੁਹਾਨੂੰ ਪਤਾ ਹੈ, ਕਥਾ ਕੀਰਤਨ ਹੋ ਰੋਜ਼ਾਨੇ ਸਮਾਗਮਾਂ ਤੇ ਬਾਹਰ ਤੁਹਾਡੀ ਕਿਰਪਾ ਦੇ ਨਾਲ ਕੀਰਤਨ ਹੁੰਦਾ ਹੈ, ਮੋਬਾਈਲ ਆ ਗਿਆ, ਮਨੁੱਖ ਬਾਹਰ ਚਲਿਆ ਗਿਆ, ਅਰਦਾਸ ਹੁੰਦੀ ਹੈ। ਅਰਦਾਸ ਕਿੰਨਾ ਕੁ ਸਮਾਂ ਲੱਗਦਾ? 5-7 ਮਿੰਟ ਵਿੱਚ ਹੀ ਹੁਕਮਨਾਮਾ, ਵਿੱਚ ਹੀ ਅਰਦਾਸ। ਅਰਦਾਸ ਦੇ ਵਿੱਚ ਉਧਰ ਸਾਰੀ ਸੰਗਤ ਸਾਵਧਾਨ ਹੋਈ ਹੁੰਦੀ ਹੈ, ਉਧਰ ਮੋਬਾਈਲ ਆ ਗਿਆ, ਜ਼ਰੂਰੀ ਹੋ ਗਿਆ, ਗੁਰੂ ਜ਼ਰੂਰੀ ਨਹੀਂ ਹੋਇਆ। ਬਸ ਮੈਂ ਅਰਜ਼ ਕਰਦਾ, ਮੋਬਾਈਲ ਤਾਂ ਸਾਡੇ ਕੋਲੇ ਵੀ ਹੈ, ਪਰ ਉਹ ਜ਼ਰੂਰੀ ਹੋ ਗਿਆ। ਜੇ ਅਗਰ ਕਿਤੇ ਗੁਰੂ ਨੂੰ ਇੰਨਾ ਜ਼ਰੂਰੀ ਰੱਖਿਆ ਜਾਵੇ, ਫਿਰ ਸਾਡੇ ਕਾਰਜ ਸਵਾਰ ਦੂਗਾ ਮਾਲਕ, ਜ਼ਰੂਰ ਸਾਡੇ ਕਾਰਜ ਸਵਾਰੂਗਾ। ਪਰ ਅਸੀਂ ਦੁਨਿਆਵੀ ਚੀਜ਼ਾਂ ਨੂੰ ਮੁੱਖ ਰੱਖ ਲਿਆ। ਅਰਦਾਸ ਹੁੰਦੀ ਹੈ ਤੇ ਕੰਨ ਨੂੰ ਲਾਇਆ ਮਨੁੱਖ ਬਾਹਰਲੇ ਪਾਸੇ, ਹੁਕਮਨਾਮੇ ਤੇ ਆ ਜੋੜ ਕੇ ਹੁਕਮਨਾਮਾ ਹੋ ਰਿਹਾ। ਕਿੰਨਾ ਕੁ ਸਮਾਂ ਲੱਗਦਾ? 5-7 ਮਿੰਟ ਹੁਕਮਨਾਮੇ ਦੇ ਲੱਗਦੇ ਹਨ। ਮੈਂ ਉਹ ਅਰਜ਼ ਨਹੀਂ ਕਰਦਾ ਵੀ ਮੋਬਾਈਲ ਨਾ ਸੁਣੋ, ਘਰ ਰੱਖਾਓ, ਪਰ ਇਹ ਇੱਕ ਜ਼ਰੂਰਤ ਹੈ। ਪਰ ਇਹਦੇ ਨਾਲੋਂ ਵੱਧ ਕੇ ਜ਼ਰੂਰਤ ਹੈ ਗੁਰੂ ਦਾ ਹੁਕਮ ਸਾਡੇ ਵਾਸਤੇ ਵੀ। ਸਾਡੇ ਵਾਸਤੇ ਗੁਰੂ ਦਾ ਹੁਕਮ ਕੀ ਹੈ? ਅੱਜ ਮੋਬਾਈਲ ਗੁਰੂ ਘਰਾਂ ਵਿੱਚ ਲਿਖ ਕੇ ਲਾਇਆ ਹੁੰਦਾ ਨੇ ਇਹ ਗੱਲ, ਮੋਬਾਈਲ ਜਦੋਂ ਦਰਬਾਰ 'ਚ ਲੈ ਕੇ ਆਉਣਾ ਉਹਦੀ ਸੁੱਚ ਬੰਦ ਕਰ ਦਿਓ। ਜਦੋਂ ਦਰਬਾਰ ਸਾਹਿਬ ਦੇ ਵਿੱਚ ਆਉਣਾ ਆਹ ਚੀਜ਼ ਬੰਦ ਕਰ ਦਿਓ, ਸਿਰ ਤੇ ਟੋਪੀ ਨਾ ਹੋਵੇ, ਕੈਪਰੀ ਨਾ ਪਾਈ ਹੋਵੇ, ਬਹੁਤ ਕੁਝ ਲਿਖਿਆ ਹੁੰਦਾ, ਪਰ ਆਪਣੇ ਨਹੀਂ ਲਿਖਿਆ ਇੱਥੇ ਕੁਝ। ਕਿਉਂ? ਇਹ ਉਹ ਗੱਲ ਹੁੰਦੀ ਹੈ ਵੀ ਜਿੱਥੇ ਸਮਝਦਾਰ ਹੋਣ ਬੰਦੇ, ਸਮਝਦਾਰ ਵੀ ਉਹ ਕਹਿਣ ਵੀ ਹਾਂ ਗੁਰੂ ਘਰ ਦੇ ਵਿੱਚ ਆਹ ਚੀਜ਼ ਲਾਗੂ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਵੀ ਇਹ ਤਾਂ ਇੱਕ ਨਾਰਮਲ ਗੱਲਾਂ ਨੇ, ਜਿਹੜੀਆਂ ਛੋਟੀਆਂ ਛੋਟੀਆਂ ਨੇ। ਇਸ ਮਨੁੱਖ ਨੂੰ ਆਪੇ ਇਸ ਗੱਲ ਬਾਰੇ ਸਮਝ ਆ ਜਾਂਦੀ ਹੈ। ਪਰ ਆਓ ਗੁਰੂ ਨਾਨਕ ਦੇ ਘਰ ਦੇ ਵਿੱਚ ਉਹ ਕਹਿੰਦੇ ਬੁਰਿਆਂ ਨਾਲ ਬੁਰਿਆਈ ਕਰਨੀ। ਬੁਰਾ ਬੰਦਾ ਹੈ ਉਹਦੇ ਨਾਲ ਹੋਰ ਬੁਰਿਆਈ ਕਰਨੀ, ਪਾਪ ਉਹਨੂੰ ਗਾਲੀ ਗਲੋਚ ਕਰਨਾ, ਮਾੜਾ ਕਰੀ ਜਾਣਾ, ਉਹਦਾ ਮਾੜਾ ਕਰੀ ਜਾਣਾ। ਦੁਨੀਆ ਦੇ ਲੋਕ ਜਾਣਦੇ ਨੇ ਇਸ ਗੱਲ ਨੂੰ ਵੀ ਇਹ ਮਾੜਾ ਕਰਦਾ ਹੈ, ਪਤਾ ਲੱਗ ਜਾਂਦਾ ਹਰ ਮਨੁੱਖ ਨੂੰ ਵੀ ਇਹ ਮੇਰਾ ਮਾੜਾ ਕਰਦਾ ਮੇਰਾ। ਸਾਰੀ ਦੁਨੀਆ ਜਾਣੇ, ਪਰ ਮਾੜੇ ਨਾਲ ਕੋਈ ਚੰਗਾ ਕੰਮ ਕਰੇ ਨਾ ਬੰਦਾ, ਮਾੜਾ ਮਨੁੱਖ ਜਮਾ ਮਾੜਾ ਹੈ ਤੇ ਉਹਦੇ ਨਾਲ ਚੰਗਾ ਕੰਮ ਕਰੇ, ਇਹ ਦੁਨੀਆ ਨਹੀਂ ਜਾਣਦੀ, ਇਹ ਗੁਰੂ ਨਾਨਕ ਜਾਣਦਾ ਹੈ। ਬੁਰਿਆਂ ਨਾਲ ਭਲਾਈ ਕਰਨੀ, ਭਲਾਈ ਤੋਂ ਭਾਵ ਚੰਗਾ ਕੰਮ ਕਰਨਾ, ਉਹਨੂੰ ਸਮਝਾ ਦੇਣਾ ਇਸ ਗੱਲ ਤੋਂ। ਬੁਰਿਆਂ ਨਾਲ ਭਲਾਈ ਕਰਨੀ ਇਹ ਗੁਰੂ ਨਾਨਕ ਜਾਣੇ। ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਹੈ ਸਿਧਾਂਤ ਵੀ ਮਨੁੱਖ ਨੂੰ ਮਾੜੇ ਨੂੰ ਸਮਝਾ ਕੇ ਗੁਰੂ ਦੇ ਨਾਲ ਜੋੜ ਦੇਣਾ, ਇਹ ਸਭ ਤੋਂ ਵੱਡਾ ਪੁੰਨ ਹੈ। ਭੁੱਲੇ ਨੂੰ ਰਸਤਾ ਦੱਸ ਦੇਣਾ। ਕੋਈ ਮਨੁੱਖ ਜਾਂਦਾ ਹੈ, ਉਹਨੂੰ ਰਸਤੇ ਦਾ ਨਹੀਂ ਪਤਾ ਤੇ ਉਹਨੂੰ ਰਸਤਾ ਦੱਸ ਦੇਣਾ, ਕਹਿੰਦੇ ਓਏ ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ।
ਮਹਾਰਾਜ ਜੀ ਰੋਪੜ ਤੋਂ ਅੱਗੇ ਹੋ ਕੇ ਜਾ ਰਹੇ ਨੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਿਲਾ ਛੱਡਤਾ ਅਨੰਦਪੁਰ ਸਾਹਿਬ ਦਾ। ਅੱਗੇ ਮਹਾਰਾਜ ਜਦੋਂ ਰੋਪੜ ਸ਼ਹਿਰ ਦੇ ਵਿੱਚ ਪ੍ਰਵੇਸ਼ ਹੋਏ, ਉੱਥੋਂ ਪੁੱਛਿਆ ਵੀ ਇਹ ਰਸਤਾ ਕਿੱਧਰ ਨੂੰ ਜਾਂਦਾ? ਕਿਸੇ ਅਣਜਾਣ ਬੰਦੇ ਨੇ। ਚਲੋ ਭਲਾ ਕਰਨਾ ਸੀ। ਕੋਟਲਾ ਨਿਹੰਗ, ਉਹਦੇ ਭਲੇ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਗਏ। ਧੰਨ ਕਲਗੀਧਰ ਪਾਤਸ਼ਾਹ ਨੇ ਮਹਾਰਾਜ ਪੁੱਛਿਆ ਵੀ ਆਹ ਰਸਤਾ ਕਿੱਥੇ ਜਾਂਦਾ? ਉਹ ਅੱਗੇ ਪੱਠੇ ਨੂੰ ਜਾਂਦਾ ਸੀ ਰਸਤਾ। ਜਾਣੀ ਜਾਣ ਸਤਿਗੁਰੂ ਜੀ ਉਸ ਕੋਟਲਾ ਨਿਹੰਗ ਨੂੰ ਤਾਰਨ ਵਾਸਤੇ ਪੱਠੇ ਦੇ ਉੱਤੇ ਜਾ ਚੜੇ। ਅੱਗ ਵਾਂਗੂ ਪੱਠਾ ਤਪਦਾ ਸੀ ਤੇ ਜਦੋਂ ਗੁਰੂ ਜੀ ਦੇ ਨੀਲੇ ਘੋੜੇ ਨੇ ਜਾ ਕੇ ਮੁਬਾਰਕ ਚੱਲਣ ਪਾਏ, ਪੱਠਾ ਠੰਡਾ ਠਾਰ ਹੋ ਗਿਆ। ਜਾਨਵਰ ਸੀ। ਗੁਰੂ ਵਿੱਚ ਕਿੱਡੀ ਵੱਡੀ ਕਰਾਮਾਤ। ਉਹ ਅਣਜਾਣ ਪੁਰਸ਼ ਨੇ ਜਾਣ ਕੇ ਉਂਗਲ ਕਰਤੀ ਇੱਧਰ ਹੋ ਜਾਓ, ਪਰ ਜਾਣੀ ਜਾਣ ਸਤਿਗੁਰੂ ਜੀ ਕਹਿੰਦੇ ਜਾਣਾ ਹੀ ਇੱਧਰ ਹੈ। ਕੋਟਲਾ ਨਿਹੰਗ ਨੂੰ ਤਾਰਨ ਵਾਸਤੇ ਜਾਣਾ ਹੈ। ਇੱਕ ਮੁਸਲਮਾਨ ਬੰਦਾ, ਪਰ ਗੁਰੂ ਦੇ ਘਰ ਦਾ ਸ਼ਰਧਾਲੂ ਹੈ। ਇਦੋਂ ਪਹਿਲਾਂ ਗੁਰੂ ਨਾਨਕ ਦੀ ਜੋਤ ਦਸਵੀਂ ਕਈ ਵਾਰ ਉਹਦੇ ਘਰ ਜਾਇਆ ਹੀ। ਇੱਕ ਹੈ ਮੁਸਲਮਾਨ, ਪਰ ਗੁਰੂ ਜੀ ਤੇ ਸ਼ਰਧਾ ਤੇ ਭਰੋਸਾ ਇੰਨਾ ਰੱਖਦਾ ਹੈ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਦਸਵੀਂ ਜੋਤ ਜਦੋਂ ਪੱਠੇ ਉੱਤੇ ਮੁਬਾਰਕ ਚੱਲਣ ਪਾਏ, ਠੰਡਾ ਠਾਰ ਹੋ ਗਿਆ। ਮਾਲਕ ਭੱਜਿਆ, ਜਾ ਕੇ ਕੋਟਲਾ ਨਿਹੰਗ ਨੂੰ ਦੱਸਿਆ ਜਾ ਕੇ ਵੀ ਤੇਰੇ ਉਸ ਪੱਠੇ ਦੇ ਉੱਤੇ ਕੋਈ ਫਕੀਰ ਆਇਆ ਹੈ। ਫਕੀਰ ਵੀ ਲੱਗਦਾ, ਰਾਜਾ ਵੀ ਲੱਗਦਾ, ਕਲਗੀ ਸਜੀਆ ਘੋੜੇ ਤੇ ਸਵਾਰ ਹੈ। ਉਹ ਆਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੱਠੇ ਦੇ ਉੱਤੇ ਨੇ। ਕੋਟਲਾ ਨਿਹੰਗ ਖਾਂ ਆ ਗਿਆ। ਆ ਕੇ ਗੁਰੂ ਜੀ ਦੇ ਦਰਸ਼ਨ ਕਰੇ। ਜਦੋਂ ਵੇਖਿਆ ਤਾਂ ਨੂਰਾਨੀ ਜੋਤ ਆਨੰਦਪੁਰ ਦਾ ਮਾਲਕ ਹੈ। ਮੱਥਾ ਟੇਕਿਆ। ਪਰ ਜੀ ਘੋੜੇ ਤੇ ਸਵਾਰ ਨੇ। ਅਰਜ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਵੇਂ ਇਹ ਤਪਦੇ ਹੋਏ ਭੱਠੇ ਨੂੰ ਸ਼ਾਂਤ ਕਰ ਦਿੱਤਾ, ਮੇਰੇ ਤਪਦੇ ਹੋਏ ਮਨ ਨੂੰ ਵੀ ਸ਼ਾਂਤ ਕਰ ਦੋ। ਚਲੋ ਘਰ ਚੱਲਣ ਪਾਓ ਮੁਬਾਰਕ। ਮਹਾਰਾਜ ਜੀ ਕਹਿਣ ਲੱਗੇ, ਕੋਟਲਾ ਨਿਹੰਗ ਤੈਨੂੰ ਪਤਾ ਹੈ ਸਾਡੇ ਮਗਲ ਮੁਗਲੀਆ ਫੌਜ ਲੱਗੀ ਹੋਈ ਹੈ। ਅਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਆਏ, ਪਰਿਵਾਰ ਵਿਛੜ ਗਿਆ। ਹੁਣ ਅਸੀਂ ਤੇਰੇ ਘਰ ਨਹੀਂ ਜਾਣਾ, ਫੇਰ ਆਵਾਂਗੇ ਜਦੋਂ ਟਿਕ ਟਕਾ ਹੋ ਗਿਆ। ਅਜੇ ਜ਼ਿਆਦਾ ਮਾਹੌਲ ਖਰਾਬ ਹੈ। ਕੋਟਲਾ ਨਿਹੰਗ ਇੱਕ ਮੁਸਲਮਾਨ ਫਕੀਰ ਬੰਦਾ ਕਹਿਣ ਲੱਗਿਆ, ਸੱਚੇ ਪਾਤਸ਼ਾਹ ਇਹ ਚੰਗਾ ਵੀ ਕਰਨ ਵਾਲਾ ਤੂੰ ਹੈ ਤੇ ਮਾੜਾ ਵੀ ਕਰਨ ਵਾਲਾ। ਨਾਲੇ ਆਪੇ ਤਾਂ ਕਹਿਣਾ ਮੈਂ ਹੂੰ ਪਰਮ ਪੁਰਖ ਕੋ ਦਾਸਾ। ਦੇਖਣ ਆਇਓ ਜਗਤ ਤਮਾਸ਼ਾ। ਜਗਤ ਤਮਾਸ਼ਾ। ਮਹਾਰਾਜ ਜੀ ਤੁਹਾਡੇ ਤੇ ਪਾਵਨ ਬਚਨ ਨੇ। ਜੇ ਮੈਂ ਤੇਰੇ ਘਰ ਚਲਾ ਗਿਆ ਤੈਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਊਗਾ। ਕੋਟਲਾ ਨਿਹੰਗ ਕਹਿਣ ਲੱਗਿਆ, ਜਿੱਥੇ ਗੁਰੂ ਚਲਿਆ ਜਾਵੇ ਉੱਥੇ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਉੱਥੇ ਸੁੱਖ ਹੀ ਸੁੱਖ ਆ ਜਾਂਦੇ ਨੇ ਜਿੱਥੇ ਗੁਰੂ ਦੇ ਚਰਨ ਪੈ ਜਾਣ। ਇੰਨੀ ਸ਼ਰਧਾ ਤੇ ਭਰੋਸਾ। ਸੱਚੇ ਪਾਤਸ਼ਾਹ ਦੇਖੋ ਤੁਹਾਡੇ ਮੁਬਾਰਕ ਚਰਨ ਪੈਣ ਦੇ ਨਾਲ ਪੱਠਾ ਅੱਗ ਵਾਂਗੂ ਤਪਦਾ ਸੀ ਤੇ ਹੁਣ ਦੇਖੋ ਠੰਡਾ ਹੋ ਗਿਆ। ਕੋਟਲਾ ਨਿਹੰਗ ਨੇ ਹੱਥ ਬੰਨ ਕੇ ਆਖਿਆ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ। ਮਹਾਰਾਜ ਕਹਿਣ ਲੱਗੇ, ਕੀ? ਜਿਵੇਂ ਪੱਠਾ ਠੰਡਾ ਹੋ ਗਿਆ, ਜਦੋਂ ਚਰਨ ਗੁਰਾਂ ਨੇ ਪਾਏ, ਪੱਠਾ ਤਾਂ ਠੰਡਾ ਠਾਰ ਹੋ ਗਿਆ। ਜਦੋਂ ਚਰਨ ਗੁਰਾਂ ਨੇ ਪਾਏ, ਪੱਠਾ ਠੰਡਾ ਠਾਰ ਹੋ ਗਿਆ। ਜਦੋਂ ਚਰਨ ਗੁਰਾਂ ਨੇ ਪਾਏ ਜੀ, ਪੱਠਾ ਠੰਡਾ ਠਾਰ ਹੋ ਗਿਆ। ਜਦੋਂ ਚਰਨ ਗੁਰਾਂ ਨੇ ਪਾਏ, ਪੱਠਾ ਠੰਡਾ ਠਾਰ ਹੋ ਗਿਆ। ਜਦੋਂ ਚਰਨ ਗੁਰਾਂ ਨੇ ਪਾਏ, ਪੱਠਾ ਠੰਡਾ ਠਾਰ ਹੋ ਗਿਆ। ਜਦੋਂ ਚਰਨ ਗੁਰਾਂ ਨੇ ਪਾਏ, ਪੱਠਾ ਠੰਡਾ ਠਾਰ ਹੋ ਗਿਆ। ਮਹਾਰਾਜ ਜੀ ਕਹਿਣ ਲੱਗੇ, ਚਲੋ ਜਿਵੇਂ ਤੇਰੀ ਮਰਜ਼ੀ ਹੈ ਪਠਾਣਾ, ਪਰ ਤੈਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਊਗਾ।
नहीं महाराज कृपा करो मेरे घर चलो। अपने घर लै गया वो मुगल पठान महाराज जी ने। सच्चे पातशाह महाराज जी अंदर गए, कुछ क सिंह ने नाल बस्तर पाटे हुए ने, शरीर ते फट वजे ने, क्योंकि इधरों किहड़ा नानके घर विचों गए सी। वो सरसा दे उत्ते जंग हो रहा सी एक पासे वो जिहड़ा कीर्तन हो रहा सी। छिड़िया जंग अज सरसा दे कंढियां ते दोहां पासियां तो बड़ा घमसान दाए, उत्तों रात काली रूप डैण दा, दूजा जंग दिसे रूप काल दाए। ते महाराज जी उहदे घर चले गए। उधरों किसी ने जाके शिकायत कर दी। बहुते लोग हुंदे ने निंदक जिहड़े हुंदे ने, बहुते हुंदे ने, भाव चंगे घट माड़े वध। जाके किसी ने शिकायत कर दी भी कोटला निहंग खां दे घर दे विच कलगीधर पातशाह महाराज आए हुए ने। सच्चे पातशाह महाराज जी ने इशनान किया, नितनेम किया, बाणी दे नाल जुड़े। उधर मुगली फौज ने आके घेरा पा लिया कोटला निहंग दे घर नूं। पता सब कुछ है भी ये साडा बंदा खास है, मुसलमान वीर है, ऐसी गल तां हो नहीं सकती। पर जिन्हें हुण दस्सिया जाके चुगली की है, वह भी बंदा सही है भी इन्हां दे घर है महाराज। जदों सारे घर नूं घेरा पै गया, कोटला निहंग खां आया, पुछया कि भी वो जिहड़ा ना तुहाडे घर गुरु गोबिंद सिंह महाराज आए ने। देखो कई गल्लां ऐसियां हुंदियां ने सच बोलण दे नाल, कई गल्लां ऐसियां ने झूठ बोलण दे नाल जे किसी दी जान बचदी है। हुण गुरु दे घर विच इह कह कहंदे भी झूठ नहीं बोलना, सच बोलना है। पर कई थां ते झूठ इहो जिहा हुंदा किसी नूं फांसी लवा दिंदा है, कई थां ते इहो जिहा झूठ हुंदा किसी दी जान बचा दिंदा है। हुण सच तां उहने भी बोलिया सी, गंगू ने भी बोलिया जाके भी मेरे घर बच्चे आए ने, है सच सी ना उहदे विच, पर उहदे विच भला नहीं सी, उहदे विच बुराई सी। ओहदा सच जिहड़ा बोलण वाला सी ओहदे विच इह सी मैं गुरु के साहबजादियां नूं फड़ा दां ते मैनूं इनाम मिल जूगा। ओहदा सच जिहड़ा सी ना ओह कड़वा सी, भाव वधिया नहीं सी ओहदा सच। हुण कोटला निहंग अगे आ गया, फौज खड़ी है, पुछया तेरे घर गुरु गोबिंद सिंह महाराज आए ने। देखो इत्थे एक जान बचाउण वास्ते कलगीधर पातशाह महाराज दी एक मुसलमान फकीर ने कह दिता मेरे घर नहीं आए, इत्थे नहीं आए। वो कहने सानू यकीन नहीं हुंदा, सानू सीआईडी पक्की मिली है, असी तेरे घर दी तलाशी लेनी है। कोटला निहंग कहन लगा मैनू अद्धा घंटा दे दिओ, केवल मेरे घर की तलाशी ले लो, ना मैं कुछ बाहर लेके जावा ना मैं अंदर लेके जावा, फौज खड़ी है ते मेरे घर की तलाशी ले लियो जाके। ते धन गुरु गोबिंद सिंह महाराज सच्चे पातशाह तख्तां ते बैठे, जाके अर्ज करी महाराज बाहर फौज आ गई। कलगिया वाले कहन लगे कोटला निहंग मैं तेनू कहा सी भी किते दुख दियां घड़ियां ना आ जान, महाराज जे दुख आया तो आप ही टाल दे, मैं नहीं कुछ कर सकता, तुसी सरबग हो। फिर धन कलगीधर पातशाह महाराज ते कुछ गिनती दे सिख एक कमरे विच बंद कर दिते। कोटला निहंग दी एक बच्ची सी नौजवान 25-30 सालां दी, जिहदा नाम सी ममताज, बीबी ममताज। अर्ज करी बेटा बच्ची, ਜਿਹੜੀਆਂ ਧੀਆਂ ਹੁੰਦੀਆਂ ਨੇ ਨਾ ਮਾਪਿਆਂ ਦੀ ਇੱਜ਼ਤ ਧੀਆਂ ਦੇ ਹੱਥ ਵਿੱਚ ਹੁੰਦੀ ਹੈ, ਪਰ ਅੱਜ ਆਪਣੇ ਉੱਤੇ ਕਸਵੱਟੀ ਦਾ ਸਮਾਂ, ਜੇ ਅਗਰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਪਣੇ ਘਰ ਦੇ ਵਿੱਚੋਂ ਗ੍ਰਿਫਤਾਰ ਕਰਕੇ ਲੈ ਗਏ ਬਹੁਤ ਵੱਡਾ ਧੱਬਾ ਲੱਗ ਜਾਣਾ, ਰਹਿੰਦੀ ਦੁਨੀਆ ਤੱਕ ਇਹ ਲੈਣਾ ਨਹੀਂ ਹੈ। उस बच्ची ने हथ बन के आख्या सियाणी धी ने सुगड़ धी ने पिता जी अब्बा जी मेरे वास्ते की हुक्म है, तू इस कमरे विच वड़ जा जिथे कलगीधर पातशाह महाराज जी ने। अंदरों बाहर लाला कुंडी लाला अंदरों। महाराज फिर कहन लगे मेरे कहन ते भी मुगलिया फौज ने सच नहीं मनना,
मैं उन्होंने कल्ले कल्ले कमरे की जिहड़ी वो अंदर बढ़न वास्ते इजाजत दे दूंगा, तलाशी ले लैणगे कल्ले कल्ले कमरे की। पर जदों इस कमरे के बाहर दे अगे आए ना बच्ची, बाहरों मैं गल ये कहूंगा, अंदरों तैनू ये गल कहनी पऊगी। वो कहन लगी, पिता अब्बा जान की? मैं बाहरों खड़ के मुगलिया फौज नूं ये गल आखूंगा, इस कमरे विच मेरी धी ते मेरा जवाई पए ने, ते तैनू मेरी गल दा उन्हां ने यकीन नहीं करना। सीआईडी पक्की मेरी हुई है, मेरी गल दा यकीन नहीं करना। उस थानेदार ने आवाज मार के तैनू भी ये गल पुछनी है, ते तैनू कहना पऊगा, हाँ इस कमरे विच मैं ते मेरा पति है, तीजा बंदा कोई नहीं है। बोलो सतनाम श्री वाहिगुरु। असी दो ही है, तीजा बंदा कोई नहीं है। वो कहन लगी, ममताज बच्ची ने आखिया, पिताजी ओए ए कल्ला मेरा पति नहीं, ये तो तिन्ना लोकां दा पति है। कलगियां वाला अज ओ अपना आनंदपुर साहब छड्ड के, सरसा तो छड्ड के वो अपने घर आके चरण पाए ने, इदू वड्डे भाग किहदे हो सकदे हैं। बस बच्ची दी गल सुन के कोटला नहंग ओदी शरदा बज की बाहर आ गया, आके गेट खोल दिते सारे कमरियां दे। फौज हबड़ा दबड़ी अंदर बड़ी, भज भज के बड़ी। जदों सारी फौज गई अंदर, कल्ले कल्ले कमरे की तलाशी लई ना, कितों कलगियां वाले मेरे एक कमरा ओदा बाहर लगे अंदरों। फौजदार ने आके पूछा, कमरे विच कौन है? मुसलमान शरह दे, अपने धर्म दे बड़े पक्के ने, दीन दे बड़े पक्के ने, पर असी उन्ने पक्के नहीं हाँ। मुसलमान धर्म दे विच बड़े लोग ऐसे ने जिहड़े बड़े सियाणे ने, अपने गुरु दे कहे दे बचनां दे उत्ते चलदे ने। एक पासे 2.5 अरब मुसलमानां दी गिनती है, 2.5 अरब, ते सिखां दी गिनती किन्नी है? 2.5 करोड़। असी तो इन्ने क उन्हां दे मूहरे। सिखां दी गिनती 2.5 करोड़, उन्हां दी 2.5 अरब। पर अपने धर्म दे विच देखो किन्ने पक्के ने, शरह दे विच किन्ने पक्के ने। जिथे समा हो गया, भावे लखां दा करोड़ां दा घाटा पैंदा, भावे वाधा हुंदा है, उन्हां दे जदों नवाज दा समा हो गया, उत्थे बैठ के उन्हां ने नवाज करनी है। दूजी गल होर वेखो, हुण तां चलो थोड़ी सांझ पैगी। पुराने समय दे विच मैं खुद वेख्या, मलेरकोटले दीवान हुंदे संत बाबा गुरदेव सिंह जी बडरुखियां वाले महाराज जी दे। उन्नी आम साडे सिख नहीं सी हुंदे जिन्ने मुसलमान उस धर्म दीवान दे विच हुंदे। उन्हां दा सांझी बालता दा प्रचार सी। आपां भी अज तक मैं भी किसी दी निंदा नहीं करी, जे करदा पूरी फिर ठोक बजा के करदे, फिर किसे तो डरदे भी नहीं हैं। पर उन्होंने सांझी बालता दा आ महापुरखां दा आसरा लेके प्रचार किया है। वो जदों इस तरह, मैं एक बार दा जिक्र सी, मौड़ मंडी उत्थे कीर्तन हो रहा सी, साथों पहला सी ज्ञानी मेवा सिंह जी, श्रोमणी गुरुद्वारा प्रबंधक कमेटी दे। अखां तो मनाखे सी, प्रचार बड़ा गर्म सी उन्हां दा। वो प्रचार कर लगे, राम जी आए सब तो बड़े मूर्ख आए, कृष्ण आए सब तो बड़े मूर्ख आए। इस तरह कथा कर, दोनों हथ पिछे लगे। मैं उन्होंने पोथी पढ़ता हुंदा सी। वो संगत कली कली उठ के सारे चले गए, पंडाल खाली हो गया। ते वो नाल दे सेवक ने कहा, ज्ञानी जी पंडाल तो बेला हो गया सारा। उन्होंने एक अपशब्द जब बोलिया, चलो आपां नहीं बोलते, वधिया नहीं लगते। वो कहना, जिन्हें जाना जान दो, मैं तो गुरु नूं सुनाउणा। जदों सारे चले गए, अगले दिन बाबा गुरदेव सिंह दा दीवान सी। उत्थे सानूं जदों गए, जाके जल पानी छक के बैठे, वो कहन लगे, बाबा जी कल ज्ञानी मेवा सिंह दा दीवान सी, बई सारे लोग उन्होंने तोड़ते, उन्होंने आरा धर लिया, किसी नूं नहीं बख्शिया, सब नूं वड्ड वड्ड सुट दिता। हुण देखियो किते तुसी ना वो काम कर दिओ, जा तुसी 4 बंदे रह जाओगे, जा एक गुरु ग्रंथ साहब, एक ग्रंथी सिंह रह जाऊगा, 4 पंजे रहोगे, बाकी नहीं किसी ने आना।
ਫਿਰ ਉਹਨਾਂ ਨੇ ਕੀਰਤਨ ਕਰਿਆ, ਮਹਾਂਪੁਰਖਾਂ ਨੂੰ ਯਾਦ ਕਰਕੇ, ਸੱਚੇ ਪਾਤਸ਼ਾਹ ਇਹ ਕੰਮ ਵਾਸਤੇ ਥੋੜੀ ਆ ਗੁਰੂ ਦਾ ਘਰ ਤਾਂ ਇਸ ਤਰ੍ਹਾਂ ਹੱਥ ਬੰਨ੍ਹ ਕੇ ਹਰ ਇੱਕ ਨੂੰ ਜੋੜਨ ਵਾਸਤੇ ਹੈ। ਇਹ ਮੈਨੂੰ ਕਹਿਣ ਲੱਗੇ ਅੱਜ ਆਪਾਂ ਮਹਾਂਪੁਰਖਾਂ ਦਾ, ਸੰਤ ਬਾਬਾ ਅਤਰ ਸਿੰਘ ਜੀ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਸਰਾ ਤੱਕ ਕੇ ਤੇ ਉਹਦੇ ਫਿਰ ਕਿਸਮ ਸੁਧਾਮਾ ਮਹਾਂਪੁਰਖਾਂ ਨੇ ਸੁਣਾਇਆ। ਜਿਹੜੇ ਹਿੰਦੂ ਵੀਰ ਸੀ ਸ਼ਟਰ ਬੰਦ ਕਰ ਕਰਕੇ ਫਟਾਫਟ ਆ ਗਏ, ਸਾਰੇ ਪੰਡਾਲ ਭਰ ਗਿਆ। ਫਿਰ ਰੱਬ ਦੇ ਵਕੀਲਾਂ ਨੇ ਇੱਕ ਧਾਰਨਾ ਪੜੀ, ਉਹ ਕਹਿੰਦੇ ਜੀ ਕੋਈ ਕਹਿ ਕੇ ਤਾਂ ਖੁਦਾ ਵਾਜਾ ਮਹਰ ਦੇਵੋ, ਕੋਈ ਤੈਨੂੰ ਰਾਮ ਕਹੇ, ਕੋਈ ਕਹਿ ਕੇ ਖੁਦਾ ਵਾਜਾ ਮਾਰ ਦੇ, ਕੋਈ ਤੈਨੂੰ ਰਾਮ ਕਹੇ, ਕੋਈ ਕਹਿ ਕੇ ਖੁਦਾ ਵਾਜਾ ਮਾਰ ਦੇ, ਕੋਈ ਤੈਨੂੰ ਰਾਮ ਕਹੇ, ਕੋਈ ਕਹਿ ਕੇ ਖੁਦਾ ਮਾਰ ਦੇ, ਕੋਈ ਤੈਨੂੰ ਰਾਮ ਕਹੇ, ਕੋਈ ਕਹਿ ਕੇ ਖੁਦਾ ਵਾਜਾ ਮਾਰ ਦੇ, ਕੋਈ ਤੈਨੂੰ ਰਾਮ ਕਹੇ, ਕੋਈ ਕਹਿ ਕੇ ਖੁਦਾ ਵਾਜਾ ਮਾਰ ਦੇ, ਕੋਈ ਤੈਨੂੰ ਰਾਮ ਕਹੇ, ਕੋਈ ਕਹਿ ਕੇ ਖੁਦਾ ਵਾਜਾ ਮਾਰ ਦੇ, ਕੋਈ ਤੈਨੂੰ ਰਾਮ ਕਹੇ, ਕੋਈ ਕਹਿ ਕੇ ਖੁਦਾ ਵਾਜਾ ਮਾਰ ਦੇ, ਕੋਈ ਤੈਨੂੰ ਰਾਮ ਕਹੇ। कोई बोला राम राम, कोई खुदाए, कोई सेवै गुसैया, कोई अल्लाह। ये बाणी दा वाक है। ते सारे आके पंडाल भर गया। ਅਸੀਂ ਮੈਂ ਦੇਖਿਆ ਮਲੇਰਕੋਟਲੇ ਉਹ ਆਉਂਦੇ ਦੀਵਾਨ ਸੁਣਨ ਬਹੁਤੇ ਸੀ, ਪਰ ਉਹ ਕੜਾਹ ਪ੍ਰਸ਼ਾਦੀ ਦੇਗ ਨਹੀਂ ਸੀ ਲੈਂਦੇ ਹੁੰਦੇ। ਜਦੋਂ ਮਹਾਂਪੁਰਖਾਂ ਨੇ ਸਾਂਝੀ ਬਾਲਤਾ ਦਾ ਪ੍ਰਚਾਰ ਕਰਿਆ, ਫਿਰ ਸਾਰੇ ਦੇਗ ਲੈਣ ਲੱਗੇ। ਸ਼ਰਾ ਦੇ ਏਡੇ ਪੱਕੇ ਨੇ ਮੁਸਲਮਾਨ ਫਕੀਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਮਹਾਰਾਜ ਦੇ, ਗੁਰੂ ਨਾਨਕ ਦੇ ਬੜੇ ਸ਼ਰਧਾਲੂ ਹੋਏ ਨੇ। ਉਹਨਾਂ ਨੇ ਆਪਣਾ ਤਨ ਮਨ ਅਰਪਣ ਕਰ ਦਿੱਤਾ, ਪਰ ਕਿਸੇ ਵੀ ਮੁਸਲਮਾਨ ਵੀਰ ਨੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ ਹੈ। ਉਹ ਕਹਿੰਦੇ ਅਸੀਂ ਆਪਣੀ ਸ਼ਰ੍ਹਾ ਦੇ ਵਿੱਚ ਪੱਕੇ ਹਾਂ। ਅੱਲਾ ਖਾਰ ਜੋਗੀ ਹੋਇਆ, ਉਹਨਾਂ ਨੇ ਸ਼ਹੀਦੇ ਗੰਜ ਇੱਕ ਗ੍ਰੰਥ ਲਿਖਿਆ ਹੈ, ਜਿਹਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਇੰਨੀ ਉਪਮਾ ਕਰੀ ਹੈ। ਚਮਕੌਰ ਦੇ ਜੰਗ ਦਾ ਜਿਹੜਾ ਉਹਨਾਂ ਨੇ ਹਾਲ ਵਰਤਾਂਤ ਲਿਖਿਆ ਨਾ, ਉਹ ਸ਼ਾਇਦ ਕਿਸੇ ਤੋਂ ਨਹੀਂ ਲਿਖਿਆ ਗਿਆ। ਸ਼ਰ੍ਹਾ ਦੇ ਵਿੱਚੋਂ ਕੱਢ ਦਿੱਤਾ, ਉਹ ਤੂੰ ਇੱਕ ਕਾਫਰ ਦੀ ਵਡਿਆਈ ਕਰਦਾ ਹੈ, ਜਾ ਜਦੋਂ ਤੂੰ ਮੁਸਲਮਾਨ ਧਰਮ ਦੇ ਵਿੱਚ ਨਹੀਂ ਆ ਸਕਦਾ। ਸ਼ਰ੍ਹਾ ਨੇ ਤੈਨੂੰ ਅੱਜ ਤੋਂ ਜਿਹੜਾ ਬਾਹਰ ਕੱਢ ਦਿੱਤਾ। ਉਹ ਕਹਿੰਦਾ ਠੀਕ ਹੈ। 30 ਸਾਲ ਜਿਉਂਦਾ ਰਿਹਾ, 30 ਸਾਲ ਉਹਨੂੰ ਜਿਹੜਾ ਨਾ ਮੱਕੇ ਦੀਆਂ ਪੌੜੀਆਂ ਤੇ ਨਹੀਂ ਚੜ੍ਹਨ ਦਿੱਤਾ। 30 ਸਾਲ ਅੱਲਾ ਖਾਂ ਜੋਗੀ ਨੂੰ ਬਖਤੇ ਅਖੀਰ ਮੰਜੇ ਉੱਤੇ ਪਿਆ। ਉਹ ਫਕੀਰ ਜੀ ਨੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਵਡਿਆਈ ਲਿਖੀ, ਸਵਾਸਾਂ ਤੇ ਪਿਆ। ਕਾਜੀ ਆ ਕੇ ਚੱਲ ਕੇ ਘਰ ਦੇ ਵਿੱਚ ਉਹ ਕਹਿਣ ਲੱਗੇ 30 ਸਾਲ ਲਗਾਤਾਰ ਤੂੰ ਮੱਕੇ ਨਹੀਂ ਗਿਆ, ਤੂੰ ਹੱਜ ਨਹੀਂ ਕੀਤਾ, ਤੂੰ ਨਵਾਜ਼ ਨਹੀਂ ਪੜ੍ਹੀ। ਓਏ ਹੁਣ ਤੇਰਾ ਵਕਤ ਅਖੀਰ ਹੈ, ਤੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਵਡਿਆਈ ਕਰਨੀ ਛੱਡ ਦੇ ਤੇ ਤੈਨੂੰ ਦੁਬਾਰਾ ਧਰਮ ਦੇ ਵਿੱਚ ਲਿਆਉਣਾ, ਤੈਨੂੰ ਬਿਹਸ਼ਤਾਂ ਵਿੱਚ ਜਗ੍ਹਾ ਮਿਲ ਜੂਗੀ। ਅੱਲਾ ਖਾਂ ਜੋਗੀ ਕਹਿਣ ਲੱਗਿਆ ਮੈਂ 30 ਸਾਲ ਗੁਰੂ ਦੀ ਵਡਿਆਈ ਕਰੀ ਹੈ, ਮੈਂ ਗੁਰੂ ਜੀ ਦੇ ਦਰਸ਼ਨ ਕਰਿਆ, ਉਹਨਾਂ ਦਾ ਵਰਤਾਂਤ ਲਿਖਿਆ। ਮੈਨੂੰ ਬਹਿਸ਼ਤ ਮਿਲਣ ਨਾ ਮਿਲਣ, ਮੇਰੀ ਮੌਤ ਹੋ ਜਾਵੇ, ਪਰ ਮੈਨੂੰ ਮਾਣ ਹੈ ਮੈਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਜਾਊਂ, ਉਹਨਾਂ ਦੀ ਪੂਰੀ ਦੇ ਵਿੱਚ ਜਾਊਂਗਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਮੁਸਲਮਾਨ ਬੰਦਾ ਕਹਿ ਰਿਹਾ ਇਹ ਗੱਲ, ਸਿੱਖੋ ਅਸੀਂ ਕਦੋਂ ਕਹਾਂਗੇ ਵੀ ਗੁਰੂ ਨਾਨਕ ਦਾ ਜਨਮ ਦਿਨ ਆ ਰਿਹਾ, ਅਸੀਂ ਆਹ ਤਿਆਰੀ ਕਰਾਂਗੇ, ਅਸੀਂ ਆਹ ਕਰਾਂਗੇ। ਸਾਨੂੰ ਇੰਨਾ ਚਾਹ ਹੈ ਵੀ ਗੁਰੂ ਨਾਨਕ ਦਾ ਆਗਮਨ ਪੁਰਬ। ਇੱਕ ਮੁਸਲਮਾਨ ਬੰਦਾ ਕਹਿ ਰਿਹਾ ਮੈਂ ਬਹਿਸ਼ਤਾਂ ਵਿੱਚ ਨਹੀਂ ਜਾਣਾ, ਮੈਂ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਨਾਲੋ ਮੇਰੇ ਗੁਰੂ ਦੇ ਮੇਰੇ ਤੇ ਇੰਨੀ ਕੁ ਨਜ਼ਰ ਕਰਤੀ, ਕਿੰਨੀ ਕੁ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ, ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ। ਉਹ ਵੇਖੈ ਨਦਰ ਨਿਹਾਲ
ਵੇਖੈ ਜੀ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ ਵੇਖੈ ਨਦਰ ਨਿਹਾਲ ਕਰ ਕਰ ਵੇਖੈ ਜੀ ਜਪਜੀ ਸਾਹਿਬ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਹਨ, ਕਰ ਕਰ ਵੇਖੈ ਨਾਦਰ ਨਿਹਾਲ। ਜਿਨ ਕੋ ਨਾਦਰ ਕਰਮ ਤੇ ਨਕਾਰ, ਨਾਨਕ ਨਦਰੀ ਨਦਰ ਨਾਦਰ ਨਿਹਾਲ ਨਿਹਾਲ। ਹੁਣ ਉਧਰ ਉਹ ਪਠਾਨ ਅੰਦਰ ਚਲੇ ਗਏ, ਸਾਰੇ ਕਮਰਿਆਂ ਦੀ ਤਲਾਸ਼ੀ ਲਈ, ਨਹੀਂ ਮਿਲੇ। ਕਮਰੇ ਦੇ ਇੱਕ ਦੀ ਕੁੰਡੀ ਲੱਗੀ, ਖੜਕਾ ਕੇ ਪੁੱਛ, ਇਹਦੇ ਵਿੱਚ ਕੌਣ ਹੈ? ਕੋਟਲਾ ਨਹੰਗ ਕਹਿਣ ਲੱਗਿਆ, ਇਸ ਕਮਰੇ ਵਿੱਚ ਮੇਰੀ ਬੱਚੀ, ਮੇਰੀ ਲਟਕੀ ਤੇ ਮੇਰਾ ਜਵਾਈ ਪਏ ਨੇ। ਉੱਥੋਂ ਹੀ ਵਾਪਸ ਮੁੜ ਗਏ। ਯਕੀਨ ਨਾ ਆਇਆ, ਉਸ ਥਾਣੇਦਾਰ ਨੇ ਆਵਾਜ਼ ਮਾਰ ਕੇ ਪੁੱਛਿਆ, ਇਸ ਕਮਰੇ ਅੰਦਰ ਕੌਣ ਹੈ? ਅੰਦਰੋਂ ਕੋਟਲਾ ਨਹੰਗ ਖਾਨ ਦੀ ਬੱਚੀ ਮਮਤਾਜ ਨੇ ਆਵਾਜ਼ ਮਾਰ ਕੇ ਆਖਿਆ, ਇਸ ਕਮਰੇ ਵਿੱਚ ਮੈਂ ਤੇ ਮੇਰਾ ਪਤੀ ਹੈ, ਤੀਜਾ ਬੰਦਾ ਕੋਈ ਨਹੀਂ ਹੈ। ਦੇਖੋ ਸ਼ਰ੍ਹਾ ਦੇ ਏਡੇ ਪੱਕੇ। ਉੱਥੋਂ ਹੀ ਵਾਪਸ ਮੁੜ ਆਏ। ਫੌਜ ਸਾਰੀ ਮੁੜ ਗਈ। ਕੋਟਲਾ ਨਹੰਗ ਖਾਨ ਨੇ ਬਾਹਰ ਖਲਾਇਆ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਖਤ ਉੱਤੇ ਬੈਠੇ ਨੇ। ਮਹਾਰਾਜ ਜੀ ਕਹਿਣ ਲੱਗੇ, ਮੈਂ ਤੈਨੂੰ ਕਿਹਾ ਸੀ ਤੂੰ ਵੀ ਨਾ ਕਿਤੇ ਦੁੱਖਾਂ ਦੀਆਂ ਘੜੀਆਂ ਵਿੱਚ ਘੇਰਿਆ ਜਾਈਂ। ਸੱਚੇ ਪਾਤਸ਼ਾਹ, ਉਹ ਤੁਹਾਡੇ ਆਉਣ ਦੇ ਨਾਲ ਮੇਰੇ ਦੁੱਖ ਕੱਟੇ। ਸਾਰੇ ਕੱਲੇ ਕੱਲੇ ਕਮਰੇ ਦੀ ਤਲਾਸ਼ੀ ਲੈ ਲਈ, ਪਰ ਇਹ ਕਮਰੇ 'ਚ ਅੰਦਰ ਵੜਨ ਦੀ ਉਹਨਾਂ ਦੀ ਜੁਰਤ ਨਹੀਂ ਹੋਈ। ਮੈਂ ਕਹਿ ਦਿੱਤਾ, ਮੈਂ ਤੇ ਮੇਰੀ ਬੱਚੀ ਤੇ ਮੇਰਾ ਜਵਾਈ ਪਏ ਨੇ। ਮੇਰੀ ਲੜਕੀ ਨੇ ਅੰਦਰੋਂ ਆਵਾਜ਼ ਮਾਰ ਕੇ ਕਹਿ ਦਿੱਤੀ, ਇਹ ਕਿਰਪਾ ਤੇਰੀ ਹੋਗੀ। ਉਹਨਾਂ ਨੇ ਇਸ ਕਮਰੇ ਦੀ ਤਲਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ। ਫਿਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ, ਸ਼ਾਮ ਦੇ 3 ਵੱਜ ਗਏ। ਉਹਦੀਆਂ ਰਾਤਾਂ ਸੀ, ਧੁੰਦ ਪੈਣ ਲੱਗ ਗਈ। ਮਹਾਰਾਜ ਕਹਿਣ ਲੱਗੇ, ਕੋਟਲਾ ਨਹੰਗ, ਹੁਣ ਸਾਨੂੰ ਛੁੱਟੀ ਦੇ ਦੇ, ਅੱਗੇ ਅਸੀਂ ਅੱਗੇ ਜਾਣਾ ਹੈ। ਕੋਟਲਾ ਨਹੰਗ ਕਹਿਣ ਲੱਗਾ, ਸੱਚੇ ਪਾਤਸ਼ਾਹ, ਹੁਣ ਮੈਂ ਤੁਹਾਨੂੰ ਕਿਵੇਂ ਕਹਾਂ ਵੀ ਤੁਸੀਂ ਚਲੇ ਜਾਓ? ਐਡਾ ਵੱਡਾ ਸ਼ਬਦ ਮੈਂ ਕਹਿ ਦਿੱਤਾ, ਮੇਰੀ ਬੱਚੀ ਨੇ ਕਹਿ ਦਿੱਤਾ। ਮਮਤਾਜ ਬੀਬੀ ਨੇ ਹੱਥ ਬੰਨ ਕੇ ਆਖਿਆ, ਸੱਚੇ ਪਾਤਸ਼ਾਹ, ਮੈਂ ਤੁਹਾਨੂੰ ਆਪਣਾ ਪਤੀ ਮੰਨ ਲਿਆ, ਤੇ ਫਿਰ ਮੇਰਾ ਕੀ ਹਾਲ ਹੋਊਗਾ? ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣਾ ਕਮਰ ਕੱਸਾ ਖੋਲਿਆ। ਉਹ ਏਡਾ ਪਿਆਰ ਕਰਦੇ ਸ਼ਸਤਰਾਂ ਦੇ ਨਾਲ। ਸੱਚੇ ਪਾਤਸ਼ਾਹ ਮਹਾਰਾਜ ਜੀ 17 ਸ਼ਸਤਰ ਹਰ ਵਕਤ ਪਹਿਨ ਕੇ ਰੱਖਦੇ ਆਪਣੇ ਸਰੀਰ ਉੱਤੇ। 17 ਸ਼ਸਤਰ। ਮਹਾਰਾਜ ਨੇ ਕਮਰ ਕਸਾ ਖੋਲਿਆ। ਕਮਰ ਕਸੇ ਦੇ ਥੱਲੜੇ ਪਾਸੇ ਇੱਕ 1.5 ਫੁੱਟ ਦੀ ਕਟਾਰ ਪਾਈ ਹੋਈ ਸੀ ਮਹਾਰਾਜ ਜੀ ਦੇ। ਉਹ ਕਟਾਰ ਕੱਢ ਕੇ ਉਸ ਮਮਤਾਜ ਬੱਚੀ ਨੂੰ ਫੜਾ ਦਿੱਤੀ। ਲੈ ਇਉਂ ਕਰੀ, ਇਸ ਕਟਾਰ ਨੂੰ ਆਸਨ ਉੱਤੇ, ਤਖਤ ਉੱਤੇ ਰੱਖਦੀ, ਜਿਹੜੇ ਮੰਜੇ ਉੱਤੇ ਮੈਂ ਬੈਠਾ ਹੈ। ਅੰਮ੍ਰਿਤ ਵੇਲੇ ਜਦੋਂ ਇਸ਼ਨਾਨ ਧਿਆਨ ਕਰਕੇ ਤੂੰ ਆਪਣੇ ਭਜਨ ਵਿੱਚ ਮਗਨ ਹੋਏਗੀ, ਇਸ ਕਟਾਰ ਦੇ ਵਿੱਚੋਂ ਸਾਡੇ ਦਰਸ਼ਨ ਹੋ ਜਾਣਗੇ। ਖਾਲਸਾ ਮੇਰੋ ਰੂਪ ਹੈ ਖਾਸ। ਇਸ ਤਲਵਾਰ ਵਿੱਚੋਂ, ਇਸ ਕਟਾਰ ਵਿੱਚੋਂ ਮੇਰੇ ਦਰਸ਼ਨ ਹੋਇਆ ਕਰਨਗੇ। ਮੈਂ ਇੱਥੇ ਹਾਜ਼ਰ ਹਾਂ ਸਦਾ ਅੰਗ ਸੰਗੇ। ਇੱਕ ਪਾਸੇ ਦੁੱਖ ਦੀਆਂ ਘੜੀਆਂ ਨੇ, ਪਰਿਵਾਰ ਵਿਛੜ ਗਿਆ ਸਾਰਾ, ਤੇ ਇੱਕ ਪਾਸੇ ਕਹਿਣ ਲੱਗੇ, ਜਦੋਂ ਤੂੰ ਕਟਾਰ ਦੇ ਦਰਸ਼ਨ ਕਰਿਆ ਕਰੇਂਗੀ, ਤੈਨੂੰ ਅੱਜ ਵੀ ਤੁਸੀਂ ਭੱਠਾ ਸਾਹਿਬ ਗੁਰਦੁਆਰੇ ਜਾਓ। ਪਰਿਵਾਰ ਤਾਂ ਭਾਵੇਂ ਬਾਅਦ ਵਿੱਚ ਪਾਕਿਸਤਾਨ ਦੀ ਧਰਤੀ ਵਿੱਚ ਚਲਿਆ ਗਿਆ, ਵੰਡ ਪੈ ਗਈ, 47 ਦਾ ਹੱਲਾ ਗੁੱਲਾ ਹੋ ਗਿਆ, ਪਰ ਫਿਰ ਵੀ ਉਹ ਪਰਿਵਾਰ ਨੇ ਸਾਰਾ ਜਿਹੜਾ ਸਮਾਨ ਸੀ ਨਾ, ਉਸ ਗੁਰਦੁਆਰਾ ਭੱਠਾ ਸਾਹਿਬ ਸ਼ਹਿਰ ਦੇ ਵਿਚਕਾਰ ਪੈ ਜਾਂਦਾ। ਨੇੜੇ ਜਦੋਂ ਆਪਾਂ ਜਾਂਦੇ ਆ ਨਾ, ਉੱਥੇ ਅੱਜ ਉਹ ਚੀਜ਼ਾਂ ਯਾਦ ਕਰਾਉਂਦੀਆਂ ਨੇ। ਉਹ ਇਸ ਥਾਂ ਤੇ ਆ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨੇ ਭੱਠੇ ਦੇ ਉੱਤੇ ਮੁਬਾਰਕ ਚੱਲਣ ਪਾਏ। ਘੋੜੇ ਦੀਆਂ ਜਿਹੜੀਆਂ ਪੈੜ ਦੀਆਂ ਨਿਸ਼ਾਨੀਆਂ ਨੇ, ਅੱਜ ਵੀ ਨੇ। ਉਹ ਉੱਪਰਲੇ ਪਾਸੇ ਮਹਾਰਾਜ ਪ੍ਰਕਾਸ਼ ਕਰਿਆ, ਥੱਲੇ ਪਾਸੇ ਉਹ ਜਿਹੜਾ ਭੱਠਾ ਸਾਹਿਬ ਗੁਰਦੁਆਰੇ ਦੀ ਨਿਸ਼ਾਨੀ ਸਾਬਤ ਰੱਖੀ ਹੋਈ ਆ। ਜਿਹਦਾ ਬਾਬੇ ਕਾਰ ਸੇਵਾ ਵਾਲਿਆਂ ਦੇ ਬਥੇਰਾ ਕੁਝ ਕਰਤਾ। ਅਬਦਾਲੀ ਦੀ ਲਾਦ ਨੇ ਗੁਰਦੁਆਰੇ ਢਾਹ ਦਿੱਤੇ, ਬੁਰਜ ਢਾਹ ਦਿੱਤਾ, ਚਮਕੌਰ ਦੀ ਗੜੀ ਢਾਹ ਦਿੱਤੀ, ਢਾਹ ਕੇ ਨਵਾਂ ਪੱਥਰ ਚੜਾਤਾ। ਉਹ ਪੱਥਰ ਪੂਜਣ ਬਣਾ ਦਿੱਤਾ ਸਾਨੂੰ। ਉਹ ਪੱਥਰ ਇਹੋ ਜਿਹਾ, ਨਾ ਉਹ ਸਿਆਲ ਚ ਕੰਮ ਆਵੇ ਤੇ ਨਾ ਉਹ ਜੇਠ ਹਾੜ ਦੇ ਧੁੱਪਾਂ ਦੇ ਵਿੱਚ ਕੰਮ ਆਵੇ। ਜੇਠ ਹਾੜ ਦੇ ਸਮੇਂ ਦੇ ਵਿੱਚ ਉਹ ਤਪ ਜਾਂਦਾ ਹੈ, ਜਿਹੜਾ ਤਵੇ ਤੋਂ ਵੀ ਲਾਲ ਹੋ ਜਾਂਦਾ ਹੈ, ਤੇ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਉਹ ਬਰਫ਼ ਨਾਲ ਵੀ ਠੰਡਾ ਹੋ ਜਾਂਦਾ ਹੈ।
पर ਜਿਹੜੀਆਂ ਸਾਡੀਆਂ ਪੁਰਾਣੀਆਂ ਨਿਸ਼ਾਨੀਆਂ ਸੀ ਜਿਨ੍ਹਾਂ ਤੋਂ ਅੱਜ ਸਾਡੀ ਆ ਜਿਹੜੀ ਜਨਸੰਖਿਆ ਛੋਟੀ ਹੈ ਨਾ, ਇਹਨਾਂ ਨੂੰ ਅਸੀਂ ਦੱਸਣਾ ਸੀ ਵੀ ਆ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ। ਆ ਚਮਕੌਰ ਦੀ ਗੜੀ ਪੁਰਾਤਨ ਚੀਜ਼ਾਂ ਢਾ ਕੇ ਪੱਥਰ ਲਾ ਦਿੱਤਾ, ਕਿਉਂਕਿ ਉਦੋਂ ਅਬਦਾਲੀ ਨੇ ਢਾਇਆ ਸੀ, ਅੱਜ ਇਹ ਢਾ ਕੇ ਬਣਾ ਰਹੇ ਨੇ। ਹਾਂ ਬਣਾਓ, ਗੁਰੂ ਘਰ ਬਣਾਉਣੇ ਚਾਹੀਦੇ ਨੇ, ਮੈਂ ਹੱਕ ਚ ਹਾਂ। ਇੱਕ ਸ਼ਾਹਬਾਦ ਵਾਲਾ ਸੰਤ ਹੋਇਆ, 5 ਗਰਾਈਆਂ ਸਮਾਗਮ ਸੀ ਸਾਡਾ ਉੱਥੇ। ਉਹਨੇ ਪਹਿਲਾਂ ਆਪਦਾ ਲਾਇਆ, ਮੇਰੇ ਕੋਲ ਸਟੇਜ ਦੀ ਡਿਊਟੀ ਸੀ। ਉਹ ਕਹਿਣ ਲੱਗੇ ਇੰਨੇ ਗੁਰਦੁਆਰੇ ਨਹੀਂ ਹੋਣੇ ਚਾਹੀਦੇ, ਇੰਨੇ ਆ ਨਹੀਂ, ਉਹ ਨਿਰਬਲਿਆਂ ਦੇ ਵਿੱਚੋਂ ਸੀ। ਬਾਅਦ ਵਿੱਚ ਸਾਡਾ ਟਾਈਮ ਸੀ, ਅਸੀਂ ਫਿਰ ਆਪਦੀ ਸੂਈ ਸਾਡੀ ਵੀ ਲਾਲ ਤੇ ਜਾ ਚੜੀ। ਮਖਾਏ ਨਾ ਕਹਿ ਵੀ ਇੰਨੇ ਗੁਰਦੁਆਰੇ ਨਹੀਂ ਹੋਣੇ ਚਾਹੀਦੇ, ਇਹ ਕਹਿ ਇੰਨੇ ਠੇਕੇ ਨਹੀਂ ਹੋਣੇ ਚਾਹੀਦੇ। ਬੋਲੋ ਸਤਨਾਮ। ਜਿਹੜੀ ਗੱਲ ਕਹਿਣ ਵਾਲੀ ਆ ਉਹ ਕਹਿ ਤੂੰ। ਉਹ ਗੁਰਦੁਆਰੇ ਵਿੱਚੋਂ ਕਦੇ ਨਾ ਕਦੇ ਤਾਂ ਗੁਰਬਾਣੀ ਦੀ ਆਵਾਜ਼ ਆਊਗੀ, ਕਦੇ ਨਾ ਕਦੇ ਨਿਤਨੇਮ ਦੀ ਆਵਾਜ਼ ਆਊਗੀ, ਰਹਿਰਾ ਸਾਹਿਬ ਦੀ ਆਵਾਜ਼ ਆਊਗੀ, ਜਪਜੀ ਸਾਹਿਬ ਦੀ ਆਵਾਜ਼ ਆਊਗੀ, ਕਿਤੇ ਆਵਾਜ਼ ਆਊਗੀ। 30 ਤਰੀਕ ਨੂੰ ਗੁਰੂ ਨਾਨਕ ਦਾ ਗੁਰਪੁਰਬ ਹੈ, ਆਪਾਂ ਸਾਰਿਆਂ ਨੇ ਵੱਧ ਚੜ ਕੇ ਹਾਜ਼ਰੀ ਭਰਨੀ, ਇਹ ਆਵਾਜ਼ ਆਊਗੀ। ਉਹ ਇੱਥੇ ਜੀਵਨ ਸਬਰਦਾ, ਉੱਥੇ ਵਿਗੜਦਾ, ਤੂੰ ਉਹਦੇ ਬਾਰੇ ਕਿਉਂ ਨਹੀਂ ਬੋਲਦਾ? ਵਧੀਆ ਧਨਾੜ ਬੰਦਾ ਸੀ ਉਹ, 5-7 ਗੱਡੀਆਂ ਵਧੀਆ ਉਹਦੇ ਨਾਲ ਬੰਦੂਕਾਂ ਵਾਲੇ ਬੰਦੇ ਸੀ। ਅਸੀਂ 2 ਜਾਣੇ ਸੀ। ਮੈਨੂੰ ਕਹਿਣ ਲੱਗੇ ਤੂੰ ਸਾਧਨਾ ਪੰਗਾ ਲੈ ਲਿਆ। ਮੈਂ ਕਿਹਾ ਸਹੀ ਗੱਲ ਤੇ ਲਿਆ, ਡਰਦੇ ਨਹੀਂ, ਮੁੜਦੇ ਨਹੀਂ ਪਿੱਛੇ, ਆ ਜਾਏ ਜਦੋਂ ਮਰਜੀ। ਪਰ ਉਹ ਫਿਰ ਵਿਚਾਰਾ ਚਲੋ ਹੱਥ ਬੰਨ ਲਿਆ। ਉਹਨੇ ਕਹਿਣ ਲੱਗੇ ਜੀ ਠੀਕ ਹੈ। ਮੈਂ ਕਿਹਾ ਇਹ ਨਾ ਕਹਿ ਵੀ ਗੁਰੂ ਘਰ ਇੰਨੇ ਬਣ ਗਏ, ਇਹ ਕਹਿ ਵੀ ਜਿਹੜਾ ਹੁਣ ਅੱਗੇ ਗੁਰੂ ਨਾਨਕ ਦਾ ਗੁਰਪੁਰਬ ਆ ਰਿਹਾ, ਸਾਹਿਬਜ਼ਾਦਿਆਂ ਦਾ ਆ ਰਿਹਾ, ਉਹ ਇਸ ਦਿਨ ਆਪਾਂ ਸਾਰੇ ਮਿਲ ਕੇ ਇੱਕ ਦਿਨ ਕਹੀਏ ਉਹਨਾਂ ਨੂੰ ਵੀ ਭਾਈ ਇੱਕ ਦਿਨ ਵਾਸਤੇ ਜ਼ਰੂਰ ਠੇਕਾ ਬੰਦ ਕਰ ਦਿਓ। ਅੱਜ ਛੋਟੇ ਸਾਹਿਬਜ਼ਾਦਿਆਂ ਦਾ ਇਸ ਧਰਤੀ ਦੇ ਉੱਤੇ ਖੂਨ ਡੁੱਲਿਆ। ਉਹ ਸਿੱਖਾ ਗੱਲ ਤਾਂ ਇਹ ਕਰਨ ਵਾਲੀ ਸੀ, ਤੂੰ ਫਿਰਦਾ ਕਿੱਧਰ ਹੈ? ਬਾਣਾ ਪਾ ਕੇ ਵਧਾ ਕੇ ਦਾੜਾ ਫਿਰਦਾ ਕਿੱਧਰ ਹੈ ਤੂੰ? ਗੱਲ ਤਾਂ ਇਹ ਕਰਨ ਵਾਲੀ ਸੀ। ਪਰ ਦੇਖੋ ਇੱਕ ਮੁਸਲਮਾਨ ਬੰਦਾ ਮਾਰੇ ਕਹਿਣ ਲੱਗਿਆ ਕਟਾਰ ਦੇ ਦਰਸ਼ਨ ਕਰੀ ਅੰਮ੍ਰਿਤ ਵੇਲੇ, ਇਹਦੇ ਵਿੱਚੋਂ ਸਾਡੇ ਦਰਸ਼ਨ ਹੋਣਗੇ। ਹੁਣ ਜਦੋਂ ਮਰਜੀ ਤੁਰ ਲੱਗੇ, ਕੋਟਲਾ ਨਹੰਗ ਕਹਿਣ ਲੱਗਿਆ ਮੇਰੀ ਬੱਚੀ ਨੂੰ ਤਾਂ ਦੇਤੀ ਕਟਾਰ ਅੰਦਰਲੀ ਲਾ ਕੇ, ਤੇ ਸੱਚੇ ਪਾਤਸ਼ਾਹ ਹੁਣ ਮੈਂ ਕੀ ਕਰੂੰਗਾ? ਫਿਰ 3.5 ਫੁੱਟ ਦੀ ਸ਼ਮਸ਼ੀਰ ਮਰਦ ਪਾਈ ਹੋਈ ਸੀ, ਸਮੇਤ ਗਾਤਰੇ ਲਾ ਕੇ ਕੋਟਲਾ ਨਹੰਗ ਨੂੰ ਬਖਸ਼ਿਸ਼ ਕਰ ਦਿੱਤੀ। ਉਹ ਲੈ ਜਦੋਂ ਵੀ ਤੁਸੀਂ ਯਾਦ ਕਰੋਗੇ ਮੈਂ ਇਸ ਤਖਤ ਉੱਤੇ ਬੈਠਾ ਹੋਊਂਗਾ। ਜਿਹਦੀ ਆਪਾਂ ਯਾਦ ਵਿੱਚ ਜੁੜਦੇ ਹਾਂ, ਜਿਸ ਗੁਰੂ ਨੂੰ ਰੋਜ਼ਾਨਾ ਯਾਦ ਕਰਦੇ ਹਾਂ, ਉਹ ਉਸ ਵਕਤ ਉੱਥੇ ਹਾਜ਼ਰ ਹੁੰਦਾ ਹੈ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕੋਟਲਾ ਨਹੰਗ ਖਾਨ ਨੂੰ ਤਾਰ ਕੇ ਫਿਰ ਅੱਗੇ ਗਏ, ਬਹਿਲੋਲਪੁਰ ਪਿੰਡ ਸੀ ਫਿਰ ਅੱਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ। ਇਸ ਕਰਕੇ ਗੁਰੂ ਦੀਆਂ ਵਡਿਆਈਆਂ ਤਾਂ ਪਰੰਪਾਰ ਹੈ, ਬੇਅੰਤ ਹੈ। ਉਹਨਾਂ ਨੇ ਮੁਸਲਮਾਨਾਂ ਨੂੰ ਵੀ ਤਾਰਿਆ, ਉਹਨਾਂ ਨੇ ਹਿੰਦੂ ਵੀਰਾਂ ਨੂੰ ਵੀ ਤਾਰਿਆ, ਉਹਨਾਂ ਨੇ ਸਿੱਖਾਂ ਨੂੰ ਵੀ ਤਾਰਿਆ। ਹੁਣ ਇਹ ਹੈ ਦਵਾਈ ਖਾਣੀ ਨਾ ਖਾਣੀ, ਇਹ ਸਾਡਾ ਆਪਣਾ ਫਰਜ਼ ਹੈ ਵੀ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਦਵਾਈ ਖਾਣੀ ਹੈ। ਤੇ ਬਹੁਤੇ ਤਾਂ ਐਸੇ ਨੇ ਜਿਨ੍ਹਾਂ ਨੂੰ ਆ ਕਥਾ ਕੀਰਤਨ, ਚਲੋ ਖੈਰ ਨਾਮ ਹੈ ਇਸ ਵਿਸ਼ੇ ਵੱਲ ਜਾਵਾਂ। ਬਹੁਤੇ ਲੋਕ ਨੇ ਐਸੇ, ਜਦੋਂ ਅਸੀਂ ਕੱਲ ਉੱਥੋਂ ਬਰਨਾਲੇ ਤੋਂ ਸੈੱਟ ਸਮਰਾ ਕੇ ਲਿਆਏ ਨਾ, ਫਿਰ ਉਹਨਾਂ ਨੇ ਸਾਨੂੰ ਸੈੱਟ ਤਾਂ ਘੱਟ ਹੀ ਉਹਨਾਂ ਨੇ ਕਰਿਆ, ਪਰ ਸਾਨੂੰ ਜਿਹੜੀਆਂ ਉਹਨਾਂ ਨੇ ਗੱਲਾਂ ਬੜੀਆਂ ਗਿਆਨ ਦੀਆਂ ਸੁਣਾਈਆਂ। ਤੇ ਮੇਰੇ ਗੁਰਦੇਵ ਵੀ ਇਹ ਗੱਲ ਕਹਿੰਦੇ ਹੁੰਦੇ ਦੀ, ਸਤ ਸੰਗ ਪਾਪੀਆਂ ਨੂੰ ਨਾ ਪਾਵੋ, ਹਰੀ ਦੀ ਕਥਾ ਚੰਗੀ ਨਾ ਲੱਗੋ। ਸਤ ਸੰਗ ਪਾਪੀਆਂ ਨੂੰ ਨਾ ਪਾਵੋ, ਹਰੀ ਦੀ ਕਥਾ ਚੰਗੀ ਨਾ ਲੱਗੋ। ਨੂੰ ਨਾ ਪਾਵੋ, ਹਰੀ ਦੀ ਕਥਾ ਚੰਗੀ ਨਾ ਲੱਗੇ। ਸੰਗੋ ਪਾਪੀਆਂ ਨੂੰ ਨਾ ਪਾਵੋ, ਹਰੀ ਦੀ ਕਥਾ ਚੰਗੀ ਨਾ ਲੱਗੇ। ਨੂੰ ਨਾ ਪਾਵੇ, ਹਰੀ ਦੀ ਕਥਾ ਚੰਗੀ ਨਾ ਲੱਗੇ। ਸਤ ਸੰਗ ਪਾਪੀਆਂ ਨੂੰ ਨਾ ਪਾਵੋ, ਹਰੀ ਦੀ ਕਥਾ ਚੰਗੀ ਨਾ ਲੱਗੇ। ਸਤ ਸੰਗ ਪਾਪੀਆਂ ਨੂੰ ਨਾ ਪਾਵੋ, ਹਰੀ ਦੀ ਕਥਾ ਚੰਗੀ ਨਾ। ਸੰਗ ਪਾਪੀਆਂ ਨੂੰ ਨਾ ਪਾਵੋ ਜੀ,
ਹਰੀ ਦੀ ਕਥਾ ਚੰਗੀ ਨਾ ਲਗੇ ਸਤ ਸੰਗ ਪਾਪੀਆਂ ਨੂੰ ਨਾ ਪਾਵੇ ਹਰੀ ਦੀ ਕਥਾ ਚੰਗੀ ਨਾ ਲੱਗੇ ਸਤ ਸੰਗ ਪਾਪੀਆਂ ਨੂੰ ਨਾ ਪਾਵੇ ਹਰੀ ਦੀ ਕਥਾ ਚੰਗੀ ਨਾ ਲਗੇ ਹਰੀ ਦੀ ਕਥਾ ਚੰਗੀ ਨਾ ਲੱਗੇ ਸਤ ਸੰਗ ਪਾਪੀਆਂ ਨੂੰ ਨਾ ਪਾਵੇ ਹਰੀ ਦੀ ਕਥਾ ਚੰਗੀ ਨਾ ਲੱਗੇ ਭਾਗੀਨ ਕੋ ਨਾ ਮਿਲੇ ਭਲੀ ਵਸਤ ਕਾ ਭੋਗ। ਇੱਥੋਂ ਸ਼ੁਰੂ ਕਰਿਆ ਸੀ, ਇੱਥੇ ਸਮਾਪਤੀ। ਧੰਨਵਾਦ ਸੰਗਤਾਂ ਦਾ। ਭਾਈ ਆਓ ਸਾਰੇ ਜਿਹੜੇ ਨਸਾ ਦੀ ਬਾਣੀ ਚੌਕਨਾਮਾ ਅਰਦਾਸ ਫਿਰ ਪ੍ਰਸ਼ਾਦ ਲੈ ਕੇ ਜਾਣ। ਬੇਨਤੀ ਅਗਲੀ ਵੀ ਉਹ 23 ਤਰੀਕ ਤੋਂ ਪ੍ਰਭਾਤ ਫੇਰੀਆਂ ਸ਼ੁਰੂ ਹੋ ਜਾਣਗੀਆਂ। ਵੱਧ ਚੜ ਕੇ ਤੁਸੀਂ ਪੰਥ ਦੀ ਸੇਵਾ ਕਰੋ, ਤੁਸੀਂ ਗੁਰੂ ਨਾਨਕ ਦੀਆਂ ਖੁਸ਼ੀਆਂ ਲੈਣ ਵਾਸਤੇ ਸੇਵਾ ਕਰੋ। ਹੱਥ ਬੰਨ ਕੇ ਇਸ ਤਰ੍ਹਾਂ ਹੈ ਪਿਆਰ ਦੇ ਨਾਲ ਜੋੜਨਾ ਹਰ ਇੱਕ ਨੂੰ ਵੀ ਭਾਈ ਚੱਲ ਐਂ ਕਰ, ਜਿੱਥੇ ਇੱਥੋਂ ਗੁਰਦੁਆਰੇ ਨਹੀਂ ਜਾਇਆ ਜਾਂਦਾ ਨਾ, ਅਸੀਂ ਇੱਥੇ ਪੜਾ ਕਰਾਂਗੇ ਪ੍ਰਭਾਤ ਫੇਰੀ ਇੱਥੇ ਆਊਗੀ, ਤੁਸੀਂ ਆਉਂਦੀ ਪ੍ਰਭਾਤ ਫੇਰੀ ਦੇ ਦਰਸ਼ਨ ਕਰਿਓ, ਸੇਵਾ ਕਰਾਂਗੇ। ਉਸ ਤੋਂ ਬਾਅਦ ਜਦੋਂ ਮੁੜ ਲੱਗੇ ਅਰਦਾਸ ਬੇਨਤੀ ਹੋਊਗੀ, ਉਹ ਅਰਦਾਸ ਦੇ ਵਿੱਚ ਤੁਸੀਂ ਜੁੜ ਜਾਓ, ਤੁਹਾਡਾ ਵੀ ਭਲਾ ਹੋ ਜਾਊਗਾ। ਬੋਲੋ ਸਤਿਨਾਮ ਵਾਹਿਗੁਰੂ। ਇਸ ਤਰ੍ਹਾਂ ਐ ਜੁੜਨਗੇ ਲੋਕ ਸਾਰੇ ਹੱਥ ਬੰਨ ਕੇ। ਜੇ ਤੁਸੀਂ ਕਿਹਾ ਆਉਣਾ ਅੱਜ ਹੀ ਨਹੀਂ ਆਉਣਾ ਨਾ ਹੀ, ਅਗਲਾ ਕਹਿੰਦਾ ਨਹੀਂ ਆਉਂਦਾ ਮੈਂ ਨਹੀਂ ਰਜਾਈ ਛੱਡਦਾ। ਬੋਲੋ ਸਤਿਨਾਮ ਵਾਹਿਗੁਰੂ ਜੀ। ਹੱਥ ਬੰਨ ਕੇ ਜ਼ਰੂਰ ਜੁੜ ਜਾਊਗਾ। ਅਗਲਾ ਕਹੂਗਾ ਦੇਖੋ ਯਾਰ ਕਿੰਨੀ ਮਿਹਨਤ ਕਰਦੇ ਨੇ। ਕੋਈ ਵੋਟਾਂ ਦੀ ਗੱਲ ਨਹੀਂ ਹੈ, ਇਹ ਇੱਕ ਪ੍ਰੇਮ ਦੀ ਗੱਲ ਹੈ। ਇਸ ਕਰਕੇ ਭਾਈ ਜ਼ਰੂਰ ਬੇਨਤੀ ਪ੍ਰਵਾਨ ਕਰਿਓ। ਐਤਵਾਰ ਵਾਲੇ ਦਿਨ ਆ ਜਿਹੜਾ ਹੁਣ ਐਤਵਾਰ ਹੈ, ਕੱਲ ਨੂੰ ਪਤਾ ਨਹੀਂ ਪਰਸੋਂ ਨੂੰ ਹੈ ਸ਼ਾਇਦ 21 ਤਰੀਕ ਦਾ। ਉਸ ਦਿਨ ਮੈਂ ਬੇਨਤੀ ਕਰਾਂ ਸਾਰਿਆਂ ਨੂੰ, ਐਤਵਾਰ ਉੱਤੇ ਛੁੱਟੀ ਹੈ ਸਾਰਿਆਂ ਨੂੰ, ਵੀ ਇੱਥੇ ਆ ਜਾਓ। ਆਪਾਂ ਇੱਕ ਪਰਿਵਾਰ ਬਣ ਕੇ ਸਾਰੇ, ਨਾਲੇ ਤਾਂ ਜਿਹੜੀ ਉਹ ਕੋਈ ਰਾਏ ਮਸ਼ਵਰਾ ਉਹ ਕਰ ਲਾਂਗੇ ਵੀ ਕਿੱਧਰ ਕਿੱਧਰ ਪ੍ਰਭਾਤ ਫੇਰੀ ਲੈ ਕੇ ਜਾਣੀ ਹੈ। ਕਿਉਂਕਿ ਬਹੁਤ ਗੱਲਾਂ ਨੇ ਅੱਗੇ ਵੇਖਣ ਵਾਲੀਆਂ। ਇਹ ਨਹੀਂ ਵੀ ਇੱਥੋਂ ਆਪਾਂ ਤੁਰ ਪਏ, ਪਿੱਛੇ ਗੁਰਦੁਆਰੇ ਦੀ ਵੀ ਰਾਖੀ ਵਾਸਤੇ ਇੱਕ ਦੋ ਬੰਦਿਆਂ ਦੀ ਲੋੜ ਆਪਾਂ ਨੂੰ, ਉਹਨਾਂ ਦੀ ਵੀ ਡਿਊਟੀ ਲਾਉਣੀ ਹੈ, ਤੇ ਅੱਗੇ ਜਿੱਥੇ ਆਪਾਂ ਜਾਣਾ ਉਹਦੀ ਵੀ ਡਿਊਟੀ ਲਾਉਣੀ ਹੈ, ਤੇ ਨਾਲ ਉਹਦੇ ਐਤਵਾਰ ਹੋਊਗਾ ਟਰਾਲੀ ਖੜਾ ਲਾਂਗੇ ਕਿ ਬੱਠਲ ਆਊਗਾ, ਕੂੜਾ ਵੀ ਸਿੱਟ ਦਾਂਗੇ। ਬੋਲੋ ਸਤਿਨਾਮ ਵਾਹਿਗੁਰੂ। ਅਸੀਂ ਲਾਤੀਆਂ ਸੀ, ਅਸੀਂ ਕਿਹਾ ਚਲੋ ਕੋਈ ਨਾ ਕੋਈ ਉੱਠੂਗਾ ਭਲਵਾਨ ਵੀ ਉਹ ਚੱਕ ਦੂਗਾ, ਪਰ ਨਹੀਂ। ਉਹ ਕਹਿੰਦੇ ਜਿਵੇਂ ਕਿਸੇ ਦੇ ਘਰ ਦੇ ਵਿੱਚ ਪਰਿਵਾਰ ਪਿਆ ਸਾਰਾ, ਬਜ਼ੁਰਗ ਦਾ ਮੰਜਾ ਥੋੜਾ ਜਿਹਾ ਪਰਾਂ ਸੀ, ਉਹ ਕਹਿੰਦਾ ਓਏ ਮੁੰਡਿਆ ਲਾਈਟ ਬੰਦ ਕਰ ਦੇ। ਉਹਨੇ ਨਾਲ ਦੇ ਨੂੰ ਕਹਿਤਾ ਗੁੜੀਆ ਨੂੰ ਤੂੰ ਕਰ ਦੇ, ਉਹਨੇ ਅੱਗੇ ਕਹਿਤਾ ਤੂੰ ਕਰ ਦੇ, ਉਹਨੇ ਫਿਰ ਅੱਗੇ ਚੌਥੇ ਨੂੰ ਕਹਿਤਾ ਉਹ ਯਾਰ ਤੂੰ ਕਰ ਦੇ ਲਾਈਟ ਬੰਦ। ਉਹ ਸਾਰਿਆਂ ਤੋਂ ਵਾਰੀ ਬਾਪੂ ਤੂੰ ਹੀ ਕਰ ਦੇ। ਕਹਿੰਦਾ ਮੇਰਾ ਮੰਜਾ ਨੇੜੇ ਕਰ ਦਿਓ ਚੱਕ ਕੇ, ਮੈਂ ਲਾਈਟ ਬੰਦ ਕਰ ਦਿੰਦਾ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦਾ ਚਲੋ ਮੈਂ ਹੀ ਕਰਾਂ, ਮੇਰਾ ਮੰਜਾ ਹੀ ਨੇੜੇ ਕਰ ਦਿਓ ਲਾਈਟ ਦੇ, ਉੱਥੇ ਬਲਬ ਦੇ ਕੋਲੇ ਕਰਕੇ ਮੈਂ ਵੇਖਦਾ ਸੀ। ਮੌਲਾ ਚਲੋ ਕੋਈ ਨਾ ਕੋਈ ਕਹਿ ਦੂਗਾ ਵੀ ਇਹਨਾਂ ਨੇ ਚੱਲ ਝਾੜੂ ਮਾਰਤਾ। ਭੈਣ ਨਿਰਮਲ ਕੌਰ ਸਾਡੀ ਉਹਨਾਂ ਨੇ, ਤੇ ਇਧਰ ਜਿਹੜਾ ਬੱਲੇ ਕਾ ਪਰਿਵਾਰ ਹੋ ਗਿਆ, ਤੇ ਭਾਈ ਮਹਿੰਦਰ ਸਿੰਘ ਜੀ ਭੈਣੀ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਵੀ, ਹੋਰ ਵੀ ਬਹੁਤ ਪਰਿਵਾਰ ਸੀ, ਸਾਰਿਆਂ ਨੇ ਚਲੋ ਝਾੜੂ ਮਾਰਤਾ ਸੀ। ਹੁਣ ਐਤਵਾਰ ਨੂੰ ਚੱਕਾਂਗੇ ਵੀ 1-2 ਦਿਨ ਪਹਿਲਾਂ ਹੀ ਬਸ। ਉਹਦੇ ਜ਼ਰੂਰ ਘਰ ਦਾ ਬੰਦਾ ਜ਼ਰੂਰ ਆ ਜਾਓ ਭਾਈ ਐਤਵਾਰ ਵਾਲੇ ਦਿਨ। ਬਾਕੀ ਸਮਾਂ ਪੁੱਛ ਕੇ ਭਾਈ ਦਾਰਾ ਸਿੰਘ ਜੀ ਮੇਰੇ ਵੱਡੇ ਵੀਰ ਹਨ, ਸਤਿਕਾਰਯੋਗ ਮੇਰੇ ਚਾਚਾ ਜੀ, ਇੰਜਣ ਲੱਗੇ ਹੋਏ ਨੇ 2, ਅੱਗੇ ਆਪਾਂ ਡੱਬੇ ਬਣ ਕੇ ਪਿੱਛੇ ਪਿੱਛੇ ਆਪਾਂ ਤੁਰੀ ਚੱਲਾਂਗੇ। ਇੰਜਨਾਂ ਨੂੰ ਅੱਗੇ ਰੱਖਾਂਗੇ, ਡੱਬੇ ਪਿੱਛੇ ਹੀ ਹੁੰਦੇ ਨੇ ਸਾਰੇ। ਇਹ ਕਰਕੇ ਸਮਾਂ ਮੈਂ ਪੁੱਛ ਕੇ ਹੁਣੀ ਅਨਾਉਂਸਮੈਂਟ ਕਰ ਦੂੰ ਬਾਅਦ ਵਿੱਚ। ਇਸ ਕਰਕੇ ਜਰੂਰ ਐਤਵਾਰ ਵਾਲੇ ਦਿਨ ਸਮਾਂ ਕੱਢ ਲਿਓ, ਆਪਾਂ ਪਰਿਵਾਰ ਸਾਰਾ ਰਲ ਕੇ ਬੈਠ ਜਾਾਂਗੇ। ਘਰ ਦਾ ਬੰਦਾ ਜਰੂਰ ਆਇਓ। ਬਾਕੀ ਤੁਸੀਂ ਨਾਲ ਲਿਆਇਓ ਕਿ ਕੋਈ ਹੋਰ ਸੁਨੇਹਾ। ਕਈਆਂ ਨੂੰ ਹੁੰਦਾ ਨਾ ਵੀ ਪਤਾ ਨਹੀਂ ਬਾਬੇ ਨੇ ਕੀ ਬੋਲਿਆ ਸੀ, ਤੇ ਉਹ ਤੁਸੀਂ ਦੱਸ ਦਿਓ ਵੀ ਆਹ ਕੁਝ ਬੋਲਿਆ ਸੀ। ਆਪਾਂ ਸਾਰੇ ਨੇ ਗੁਰਦੁਆਰੇ ਜਾ ਕੇ ਜਿਹੜਾ ਨਾ ਉਹ ਸੰਗਤ ਦੀ ਡਿਊਟੀ ਲੱਗ ਜੂ ਨਾਲੇ ਤਾਂ, ਤੇ ਨਾਲ ਜਿਹੜਾ ਆਪਾਂ ਉਹ ਸਾਰੇ ਰਲ ਮਿਲ ਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ। ਡਿਊਟੀ ਲੱਗ ਜੂ, ਪਤਾ ਵੀ ਇੱਧਰ ਜਾਣਾ ਹੈ। ਪਹਿਲਾਂ ਅਸੀਂ 27 ਤਰੀਕ ਦਾ ਰੱਖਿਆ ਸੀ, ਇੱਧਰ ਭਾਈ ਸੁਖਮੰਦਰ ਸਿੰਘ ਜੀ ਥਾਣੇਦਾਰਾਂ ਨੇ ਉਹ ਕਹਿੰਦੇ ਵੀ 28 ਦਾ ਕਰ ਦਿਓ ਸਾਡੇ। ਚਲੋ ਜਿਵੇਂ ਹੁਕਮ ਤੇ ਬੈਠੇ ਵਿਕਾਰ ਸੰਗਤ ਦਾ ਹੁਕਮ ਸਿਰ ਮੱਥੇ ਹੈ। ਤੇ ਹੋਰ ਵੀ ਜਿਹੜੇ ਸੰਗਤ ਆਈਆਂ ਨੇ, ਸਾਡੇ ਚਾਚੀ ਜੀ ਬੜਭਾਗ ਸਿੰਘ ਜੀ ਨੂੰ ਮੈਂ ਬੇਨਤੀ ਕਰਦਾ, ਭਾਈ ਗੁਰਮੁਖ ਸਿੰਘ ਜੀ ਵੀ ਬਾਅਦ ਤੁਸੀਂ ਕਮਰ ਕਸੇ ਕਰਕੇ ਉਧਰ ਘਰਾਂ ਤੁਸੀਂ ਸੁਨੇਹੇ ਲਾਉਣੇ ਆ ਸਾਰਿਆਂ ਦੇ।
ਤੁਹਾਡੇ ਬਾਹਰ ਦੇ ਵਿੱਚ ਪੜਾ ਹੋਊਗਾ ਉੱਥੇ। इधर भाई राम सिंह जी हो गए, भाई प्रेम सिंह जी मिस्त्री, जिन्ने भी घर ने सारे रल मिल के तुसी करना है, असी तो आना ही है चल के उत्थे। बेनतियां जरूर प्रवान करो। रामकली महला तीजा आनंद ओंकार सतगुर प्रसाद जी आनंद पाया मेरी माए सतगुर का सहज सिद्धि मन बदियां बधाइयां राग रतन परिवार फरियां शब्द गावड़ियां जी शब्द गावो हरि गेरा मन जिनी वसाया कह नानक न दो सतगुरु मैं पाया जी मन मेरे तू सदा रो नाल रो मन मेरे दुख सब सारण कारो करे तेरा कार्य सब सवारना सबना गला समरथ स्वामी सो कवन विसारो नानक मन मेरे सदा रो हर नाले साचो साहेबा क्या नहीं करते तेरे सब कुछ है जिस दे सो पावे शिवते सलाह तेरी नाम मन विसावे जिनके मन वसया बाजे शब्द कनेरे कह नानक सचो साहेब क्या नहीं करते रहो सबका नाम मेरा आधारो साच नाम आधार मेरा जिन भुखा सब गवाइया कर शांत मन आय वसिया जिनी चांद सब बुझाइया गुरबान कीता गुरु बेटो जिंदगियां बड़ाइया कह नानक सुनो संतो शब्द तरो प्यारो सचा नाम मेरा आधारो बचे पंच शब्द तित कर सुभागै कर सुभागै शब्द बाजे कला जित करतारिया पंच दूत उद्वस कीते काल कंटक मारिया कर्म पाया दुजन को सिना मर पे लागे नानक तैसुख हो आदित कार्य अनाद बाजे आनंद सन बड़ फकीर सगल मनोरथ पूरे हार में प्रभ पाया उतरे सगल सूरे दुख रोग संताप उतरे सुनी सच्ची बाणी संतो साजन पै सर से पूरे गुर ते जानी सुनते बनीत कहते भगत अत गुरया पर पूरो वंतो नानक गुर चरण लागे वाजे अनाद तूरे बोले वाहिगुरु जी का खालसा वाहिगुरु जी की फतेह फतेह बोलो गुरु जी का खालसा वाहिगुरु जी की फतेह तुझे आ गए